Hello students, how are you? I hope all of you are fit and fine. So ਅੱਜ ਆਪਾਂ ਬੇਟਾ ਧਰਾਤਲ ਦੇ ਚੈਪਟਰ ਦੇ ਵਿੱਚੋਂ ਸੈਕਿੰਡ ਪਾਰਟ ਕਰਨ ਲੱਗੇ ਹਾਂ। ਧਰਾਤਲ ਦੇ ਵਿੱਚ ਪਹਿਲਾਂ ਆਪਾਂ ਕੀਤਾ ਸੀ ਹਿਮਾਲਿਆ ਪਰਬਤ, ਪਹਿਲਾ ਪਾਰਟ ਸੀ ਹਿਮਾਲਿਆ ਪਰਬਤ। ਅੱਜ ਆਪਾਂ ਕਰਨੇ ਨੇ ਉੱਤਰ ਦੇ ਮੈਦਾਨ, ਹੈ ਨਾ। ਉੱਤਰ ਦੇ ਮੈਦਾਨਾਂ ਬਾਰੇ ਆਪਾਂ ਅੱਜ ਡਿਟੇਲ ਦੇ ਵਿੱਚ ਪੜਾਂਗੇ। इस हिस्से बारे आप डिटेल करांगे। ਆਪਾਂ ਉਹਦੇ ਹਿਮਾਲਿਆ ਪਰਬਤ ਦੀਆਂ ਸਾਰੀਆਂ ਸ਼੍ਰਿੰਖਲਾਵਾਂ, ਟਰਾਂਸ ਹਿਮਾਲਿਆ, ਗ੍ਰੇਟਰ ਹਿਮਾਲਿਆ, ਹੈ ਨਾ, ਮੱਧ ਹਿਮਾਲਿਆ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਬਾਰੇ ਪੜ੍ਹ ਲਿਆ ਸੀ। ਸੋ ਇਸ ਤੋਂ ਨੀਚੇ ਦਾ ਜਿਹੜਾ ਪੋਰਸ਼ਨ ਹੈ ਜਿਹਨੂੰ ਆਪਾਂ ਉੱਤਰ ਦੇ ਮੈਦਾਨ ਬੋਲਦੇ ਹਾਂ, ਅੱਜ ਉਹਦੇ ਬਾਰੇ ਡਿਟੇਲ ਬਾਰੇ ਆਪਾਂ ਗੱਲ ਕਰਾਂਗੇ। ਜੇ ਆਪਾਂ ਦੀ ਸਥਿਤੀ ਦੀ ਗੱਲ ਕਰੀਏ, ਉੱਤਰ ਦੇ ਮੈਦਾਨ ਦੀ ਸਥਿਤੀ ਦੀ ਗੱਲ ਕਰੀਏ ਤਾਂ ਪੱਛਮ ਵਿੱਚ ਦਿਸ਼ਾਵਾਂ ਆਪਾਂ ਦੇਖਦੇ ਹਾਂ। ਜੇ ਭਾਰਤ ਦੀ ਦਿਸ਼ਾ ਦੀ ਗੱਲ ਕਰੀਏ ਤਾਂ ਪੱਛਮ ਦੇ ਵਿੱਚ ਇਹ ਸਿੰਧ, ਆਪਾਂ ਸਾਰੇ ਜਾਣਦੇ ਹਾਂ ਵੀ ਸਿੰਧ ਦਰਿਆ, है ना, सिंध दरिया हिमालय राही ਹੁੰਦਾ ਹੋਇਆ ਇਹ ਪਾਕਿਸਤਾਨ ਦੇ ਵਿੱਚ ਦੀ ਜਾ ਕੇ ਅਰਬ ਸਾਗਰ ਦੇ ਵਿੱਚ ਗਿਰਦਾ ਹੈ। ਆ ਸਿੰਧ ਦਰਿਆ ਵਾਪਸ ਉੱਤਰ ਗਿਰ ਰਿਹਾ ਹੈ। ਤਾਂ ਉਧਰਲੇ ਪਾਸੇ ਬ੍ਰਹਮਪੁੱਤਰ ਦਰਿਆ ਇੱਧਰ ਦੀ ਬਾਹਰ ਦੀ ਹੁੰਦਾ ਆ ਹਿਮਾਚਲ ਪ੍ਰਦੇਸ਼ ਦੀ ਆ ਕੇ ਬੰਗਲਾਦੇਸ਼ ਦੇ ਵਿੱਚ ਆ ਸਾਡੀ ਜਿਹੜੀ ਗੰਗਾ ਦਰਿਆ ਹੈ, ਗੰਗਾ ਦੇ ਨਾਲ ਆ ਕੇ ਉਹਦੇ ਡੈਲਟਾ ਬਣਾਉਂਦਾ ਹੈ। ਤਾਂ ਇੱਕ ਉੱਤੇ ਡੈਲਟਾ ਬਣਦਾ ਹੈ। ਸੋ ਇਹਨਾਂ ਦੋਨਾਂ ਦਰਿਆਵਾਂ ਦੇ ਵਿੱਚ ਸਿੰਧ ਦੇ ਇੱਧਰੋਂ ਆਪਣੇ ਪਾਸੇ ਉੱਤਰ ਪੱਛਮ ਦੇ ਵਿੱਚ ਸਿੰਧ ਦਰਿਆ ਤੇ ਉੱਤਰ ਪੂਰਬ ਦੇ ਵਿੱਚ ਬ੍ਰਹਮਪੁੱਤਰ ਦਰਿਆ ਦਾ ਜਿਹੜਾ ਵਿਚਕਾਰਲਾ ਜਿਹੜਾ ਖੇਤਰ ਹੈ, ਇਹ ਸਾਰਾ ਸਾਡਾ ਮੈਦਾਨੀ ਖੇਤਰ ਹੈ। ਇਹਦੇ ਵਿੱਚੋਂ ਭਾਰਤ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਭਾਰਤ ਦੇ ਵਿੱਚ ਆਹ ਮੈਦਾਨੀ ਖੇਤਰ ਪੰਜਾਬ ਤੋਂ ਸ਼ੁਰੂ ਹੋ ਕੇ ਪੱਛਮੀ ਬੰਗਾਲ ਤੱਕ ਦੇ ਏਰੀਏ ਨੂੰ ਅਸੀਂ ਉੱਤਰ ਦੇ ਮੈਦਾਨ ਆਖਦੇ ਹਾਂ, ਕਿਉਂਕਿ ਇਹ ਭਾਰਤ ਦੀ ਉੱਤਰ ਦਿਸ਼ਾ ਦੇ ਵਿੱਚ ਹਨ। ਸੋ ਇਹੀ ਸੀ ਪੱਛਮ ਵਿੱਚ ਸਿੰਧ ਦਰਿਆ ਤੋਂ ਲੈ ਕੇ ਸਿੰਧੂ ਦਰਿਆ ਤੇ ਪੂਰਬ ਵਿੱਚ ਬ੍ਰਹਮਪੁੱਤਰ ਦੇ ਵਿਚਕਾਰ ਦਾ ਜਿਹੜਾ ਖੇਤਰ ਬਣ ਜਾਂਦਾ ਹੈ, ਆਹ ਸਾਰਾ ਜਿਹੜਾ ਏਰੀਆ ਹੈ, ਇਸ ਨੂੰ ਅਸੀਂ ਉੱਤਰ ਦੇ ਮੈਦਾਨ ਆਖਦੇ ਹਾਂ। ਉੱਤਰ ਵਿੱਚ ਹਿਮਾਲਿਆ ਪਰਬਤ ਦੀਆਂ ਦੱਖਣੀ ਢਲਾਨਾਂ। ਹੁਣ ਜੇ ਆਪਾਂ ਇਹਨਾਂ ਮੈਦਾਨਾਂ ਦੀ ਸਥਿਤੀ ਲਈਏ, ਪੂਰੇ ਡਾਇਰੈਕਸ਼ਨਸ ਦੇਖਣ ਲੱਗ ਜਾਈਏ, ਨਾਰਥ, ਸਾਊਥ, ਈਸਟ, ਵੈਸਟ, ਤਾਂ ਕਹਿੰਦਾ ਇਹਦੇ ਪੂਰਬ ਵਿੱਚ ਕੀ ਹੈ, ਉੱਤਰ ਦੇ ਵਿੱਚ ਕੀ ਆ ਗਿਆ ਸਾਡੇ ਕੋਲ ਹਿਮਾਲਿਆ ਪਰਬਤ ਦੀਆਂ ਦੱਖਣੀ ਢਲਾਨਾਂ। ਆ ਹਿਮਾਲਿਆ ਪਰਬਤ ਖਤਮ ਹੋ ਰਿਹਾ ਹੈ, ਪੂਰੇ ਸਾਡਾ ਹਿਮਾਲਿਆ ਪਰਬਤ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਖਤਮ ਹੋ ਰਿਹਾ। ਤਾਂ ਉੱਤਰ ਦੇ ਵਿੱਚ ਕੀ ਆ ਗਿਆ, ਹਿਮਾਲਿਆ ਪਰਬਤ ਦੀਆਂ ਦੱਖਣੀ ਢਲਾਨਾਂ ਆ ਗਈਆਂ, ਵਾਪਸ ਆ ਰਿਹਾ। ਤਾਂ ਇਹਦੇ ਦੱਖਣ ਦੇ ਵਿੱਚ ਕੀ ਹੋਊਗਾ, ਸਾਡੇ ਕੋਲੇ ਪਠਾਰ ਸੀ, ਇਹ ਨੀਚੇ ਸਾਡੇ ਕੋਲੇ ਪਠਾਰ ਹੈ। ਪਠਾਰ ਦਾ ਕੀ ਆ ਗਿਆ, ਉੱਤਰਲਾ ਹਿੱਸਾ, ਪਠਾਰ ਦੀਆਂ ਉੱਤਰੀ ਹਿੱਸੇ, ਇਹਦੇ ਵਿਚਕਾਰਲਾ ਜਿਹੜਾ ਖੇਤਰ ਬਣ ਗਿਆ ਸਾਡੇ ਕੋਲੇ, ਇਸ ਨੂੰ ਅਸੀਂ ਉੱਤਰ ਦੇ ਮੈਦਾਨ ਆਖਦੇ ਹਾਂ। ਇਹ ਸਾਡੇ ਕੋਲੇ ਉੱਤਰ ਦੇ ਮੈਦਾਨ ਆ ਗਏ। ਇੱਧਰਲੇ ਪਾਸੇ ਜਾਂਦੇ ਨੇ ਇਹ ਅਸਾਮ ਦੀ ਘਾਟੀ ਤੱਕ ਜਾ ਕੇ, ਇਹ ਸਾਰੇ ਸਾਡੇ ਕੋਲੇ ਉੱਤਰ ਦੇ ਮੈਦਾਨ ਨੂੰ ਅਸੀਂ ਆ ਗਏ। ਸੋ ਇਹ ਇਹਨਾਂ ਦੀ ਸਥਿਤੀ ਹੈ। ਤਾਂ ਇਹਦਾ ਆਕਾਰ ਕੀ ਹੈ, ਕਹਿੰਦਾ ਰਾਵੀ ਗੰਗਾ ਡੈਲਟਾ ਤੱਕ। ਹੁਣ ਆਪਾਂ ਭਾਰਤ ਦੀ ਗੱਲ ਕਰਦੇ ਹਾਂ, ਕਿਉਂਕਿ ਜੇ ਉੱਧਰ ਆਪਾਂ ਬ੍ਰਹਮਪੁੱਤਰ ਚਲੇ ਜਾਈਏ, ਬ੍ਰਹਮਪੁੱਤਰ ਦਰਿਆ ਸਾਡਾ ਬੰਗਲਾਦੇਸ਼ ਦੇ ਵਿੱਚ ਹੈ। ਆਪਾਂ ਭਾਰਤ ਦੇ ਮੈਦਾਨਾਂ ਦੀ ਉਸੇ ਤਰ੍ਹਾਂ ਅਸੀਂ ਇੱਧਰ ਪਾਕਿਸਤਾਨ ਦਾ ਹਿੱਸਾ ਚੜ੍ਹਦਾ। ਸੋ ਉਹ ਜਿਹੜੀ ਸਤਲੁਜ ਦਰਿਆ ਹੈ ਮੇਨ ਪੰਜਾਬ ਦੇ ਵਿੱਚ, ਉਹਦੇ ਨਾਲ ਰਾਵੀ ਦਰਿਆ ਪੰਜਾਬ ਤੇ ਪਾਕਿਸਤਾਨ ਦਾ ਬਾਰਡਰ ਬਣਾਉਂਦਾ ਹੈ। ਤਾਂ ਕਹਿੰਦਾ ਰਾਵੀ ਗੰਗਾ ਡੈਲਟਾ। ਹੁਣ ਗੰਗਾ ਦਰਿਆ ਹੈ ਜਿਹੜਾ ਸਾਡਾ, ਉਹਨੂੰ ਚੱਲ ਕੇ ਇਸੇ ਤਰ੍ਹਾਂ ਪੱਛਮੀ ਬੰਗਾਲ ਵਿੱਚ ਜਾ ਕੇ ਉਹ ਡੈਲਟਾ ਬਣਦਾ ਹੈ। ਤਾਂ ਇਹਦੇ ਮੈਦਾਨ ਨੇ ਕਿੱਥੋਂ ਸ਼ੁਰੂ ਹੋ ਗਏ ਨੇ, ਸਾਡੇ ਰਾਵੀ ਦਰਿਆ ਤੋਂ ਲੈ ਕੇ ਗੰਗਾ ਡੈਲਟਾ। ਆਹ ਜਿਹੜਾ ਸਾਰਾ ਮੈਦਾਨਾਂ ਦੀ ਖੜੀ ਕੀਤੀ ਹੈ, ਇਹ ਲਗਭਗ 2400 ਕਿਲੋਮੀਟਰ ਦੀ ਹੈ। ਇਹ ਸਾਰੇ ਮੈਦਾਨ ਕਿੰਨੇ ਲੰਬੇ ਨੇ, ਲਗਭਗ 2400 ਕਿਲੋਮੀਟਰ ਭਾਰਤ ਦੇ ਵਿੱਚ ਜਿਹੜੇ ਉੱਤਰੀ ਮੈਦਾਨ ਨੇ। ਹੁਣ ਇਹਨਾਂ ਦੀ ਜੇ ਆਪਾਂ ਇਸ ਨੰਬਰ ਆਪਾਂ ਦੇਖੀਏ ਪੂਰਬ ਤੋਂ ਪੱਛਮ ਵਾਲੀ ਜਿਹੜੀ ਲੈਂਥ ਦੇਖੀਏ ਤਾਂ ਦੇਖੀਏ ਵੀ 2400 ਕਿਲੋਮੀਟਰ ਹੈ। ਹੁਣ ਇਹਨਾਂ ਦੀ ਆਪਾਂ ਜੇ ਉੱਪਰੋਂ ਨੀਚੇ ਨੂੰ ਦੇਖੀਏ, ਹੈ ਨਾ, ਉੱਤਰ ਤੋਂ ਦੱਖਣ ਕੰਨੀ ਨੂੰ ਕਿੰਨੇ ਫੈਲੇ ਹੋਏ ਨੇ। ਤਾਂ ਕਹਿੰਦੇ ਅਸਾਮ ਘਾਟੀ ਤੋਂ ਜੇ ਆਪਾਂ ਇੱਥੇ ਪਾਸੇ ਸ਼ੁਰੂ ਕਰੀਏ, ਇੱਥੇ ਇਹਨਾਂ ਦੀ ਚੌੜਾਈ ਘਟਦੀ ਜਾਂਦੀ ਹੈ। ਪੂਰੇ ਕਹਿੰਦਾ 90 ਕਿਲੋਮੀਟਰ ਤੋਂ ਇਹ ਸ਼ੁਰੂ ਕਰਦੇ ਨੇ, ਉੱਥੋਂ 90 ਕਿਲੋਮੀਟਰ ਸ਼ੁਰੂ ਕਰਕੇ ਮੱਧ ਦੇ ਵਿੱਚ ਬਿਹਾਰ ਤੱਕ ਇਹ 200 ਕਿਲੋਮੀਟਰ ਤੱਕ ਫੈਲ ਜਾਂਦੇ ਨੇ। ਫਿਰ ਜਿਉਂ ਇਹ ਵੈਸਟ ਤੇ ਉੱਤਰ ਦੱਖਣ ਕੰਨੀ ਨੂੰ ਪਹੁੰਚਦੇ ਨੇ ਤਾਂ ਇਹਨਾਂ ਦੀ ਚੌੜਾਈ ਵੱਧਦੀ ਜਾਂਦੀ ਹੈ। ਪੂਰੇ ਆ ਕੇ ਇਹ ਮੈਕਸਿਮਮ ਲੈਂਥ ਦੇ ਉੱਤੇ ਚਲੇ ਜਾਂਦੇ ਨੇ 500 ਕਿਲੋਮੀਟਰ। ਇਹ ਇਹਨਾਂ ਦੀ ਚੌੜਾਈ ਹੈ। ਇਸ ਚੌੜਾਈ ਕਰਕੇ ਇਹ ਫੈਲੇ ਹੋਏ ਨੇ। ਭਾਵ ਇੱਧਰਲੇ ਪਾਸੇ ਆਪਾਂ ਨੂੰ ਅਕਸਰ ਕਹਿੰਦੇ ਨੇ ਵੀ 100 ਤੋਂ ਲੈ ਕੇ 500 ਕਿਲੋਮੀਟਰ ਤੱਕ ਦੀ ਇਹਨਾਂ ਦੀ ਚੌੜਾਈ ਹੈ। ਇਹਨਾਂ ਦਾ ਕੁੱਲ ਖੇਤਰਫਲ ਜਿਹੜਾ ਇਹਨਾਂ ਨੇ ਘੇਰਿਆ ਹੋਇਆ 7.7 ਲੱਖ ਵਰਗ ਕਿਲੋਮੀਟਰ ਇਹਨਾਂ ਦਾ ਖੇਤਰਫਲ ਘੇਰਿਆ ਹੋਇਆ। ਸੋ ਆਈ ਹੋਪ ਤੁਹਾਨੂੰ ਇਹਦੀ ਸਥਿਤੀ ਤੇ ਇਹਨਾਂ ਦੇ ਆਕਾਰ ਬਾਰੇ ਪਤਾ ਲੱਗ ਗਿਆ ਹੋਊਗਾ। ਸਥਿਤੀ ਤੋਂ ਭਾਵ ਕੀ ਹੈ ਵੀ ਕਿਹੜੇ ਦਰਿਆ ਤੋਂ ਲੈ ਕੇ ਕਿਹੜੇ ਦਰਿਆ ਦੇ ਵਿੱਚ ਵਿਚਕਾਰ ਫੈਲੇ ਨੇ। ਮੈਦਾਨ ਕੀ ਹੁੰਦੇ ਨੇ, ਜਿਵੇਂ ਆਪਾਂ ਕਹਿੰਦੇ ਵੀ ਮੈਦਾਨ ਇੱਕ ਸਮਤਲ ਜਿਹਨੂੰ ਅਸੀਂ ਹੈ ਨਾ ਨੇਕਡ ਆਈ ਨਾਲ ਪ੍ਰੋਪਰਲੀ ਨਹੀਂ ਕਹਿ ਸਕਦੇ ਵੀ ਉੱਪੜ ਹੈ ਜਾਂ ਕੀ ਹੈ, ਬਿਲਕੁਲ ਪੱਧਰਾ ਸਮਤਲ ਸਥਾਨ ਹੈ ਇੱਕ, ਉਹ ਮੈਦਾਨ ਨੇ। ਉਹਨਾਂ ਦੀ ਅਸੀਂ ਦੇਖ ਲਈ ਵੀ ਸਥਿਤੀ ਕੀ ਹੈ ਨਾ। ਪੱਛਮ ਦੇ ਵਿੱਚ ਸਿੰਧ ਦਰਿਆ ਜਾਂ ਸਾਡੇ ਪੰਜਾਬ ਦੇ ਭਾਰਤ ਦੀ ਗੱਲ ਕਰੀਏ ਤਾਂ ਰਾਵੀ ਦੇ ਤੋਂ ਲੈ ਕੇ ਗੰਗਾ ਦਾ ਡੈਲਟਾ ਤੱਕ ਬਣਦਾ ਹੈ, ਉੱਥੋਂ ਤੱਕ ਦੀ ਸਥਿਤੀ ਨੂੰ ਅਸੀਂ ਮੈਦਾਨ ਆਖਦੇ ਹਾਂ। ਇਹਨਾਂ ਦੀ ਆਪਾਂ ਲੰਬਾਈ ਦੇਖ ਲਈ, ਚੌੜਾਈ ਦੇਖ ਲਈ ਤੇ ਕੁੱਲ ਖੇਤਰਫਲ ਦੇਖ ਲਿਆ ਵੀ ਇਹਨਾਂ ਦਾ ਕੁੱਲ ਖੇਤਰਫਲ ਕਿੰਨੇ ਵਰਗ। ਹੁਣ ਗੱਲ ਆਹੀ ਵੀ ਇਹਦੀ ਰਚਨਾ ਕਿੱਥੋਂ ਹੋਈ, ਇਹ ਮੈਦਾਨ ਬਣੇ ਕਿੱਥੋਂ। ਇਹ ਬੜੀ ਇੰਪੋਰਟੈਂਟ ਚੀਜ਼ ਹੈ ਵੀ ਇਹਨਾਂ ਮੈਦਾਨਾਂ ਦੀ ਸਥਿਤੀ ਇਹ ਕਿੱਥੋਂ ਆ ਗਈ। ਕਹਿੰਦਾ ਸਿੰਧ ਸਤਲੁਜ
ਗੰਗਾ, ਬ੍ਰਹਮਪੁੱਤਰ, ਇਹ ਤਿੰਨ ਦਰਿਆਵਾਂ ਦੇ ਮੇਲ ਤੋਂ ਇਹਨਾਂ ਤਿੰਨ ਦਰਿਆਵਾਂ ਦਾ ਜਿਹੜਾ ਨਿਖੇਪ ਕਰਦੀਆਂ ਨੇ ਚਟਾਨਾਂ ਦੀਆਂ ਆਪਣੇ ਨਾਲ, ਜੋ ਮਿੱਟੀ, ਬਾਲੂ, ਰੇਤ ਲੈ ਕੇ ਆਉਂਦੀਆਂ ਨੇ, ਉਹਨਾਂ ਨੇ ਇਹ ਮੈਦਾਨਾਂ ਨੂੰ ਬਣਾਇਆ। ਸੋ ਆਪਾਂ ਉਸ ਵਿੱਚ ਦੇਖਦੇ ਹਾਂ। ਹੁਣ ਦੇਖੋ ਕੀ ਐਗਜ਼ਾਮਪਲ ਸੀ। ਆਪਾਂ ਪਹਿਲਾਂ ਫਸਟ ਚੈਪਟਰ ਦੇ ਵਿੱਚ ਪੜ੍ਹ ਕੇ ਆਏ ਸੀ, ਫਸਟ ਪਾਰਟ ਦੇ ਵਿੱਚ ਹਿਮਾਲਿਆ ਪਰਬਤ ਦੀ ਉਤਪਤੀ ਕਿਵੇਂ ਹੋਈ। ਉਸੇ ਚੀਜ਼ ਨੂੰ ਵੀ ਤੁਸੀਂ ਇੱਕ ਵਾਰ ਯਾਦ ਕਰੋ। ਦੇਖੋ ਇੱਧਰਲੇ ਪਾਸੇ ਆਪਾਂ ਨੇ ਤਿੱਬਤ ਦਾ ਪਠਾਰ ਬਣਾਇਆ ਸੀ, ਹਨਾ, ਤਿੱਬਤ ਦਾ ਪਠਾਰ ਬਣਾਇਆ ਸੀ, ਤੇ ਵਿਚਾਲੇ ਸਾਡੇ ਕੋਲ ਸੀਗਾ ਟੈਥਿਸ ਸਾਗਰ, ਤੇ ਇੱਧਰਲੇ ਪਾਸੇ ਕੋਲ ਸਾਡੇ ਕੋਲ ਗੋਂਡਵਾਨਾ ਲੈਂਡ। ਆਪਾਂ ਇਹ ਕਨਸੈਪਟ ਤੋਂ ਕਰਕੇ ਆਏ ਸੀ ਵੀ ਜਦੋਂ ਗੋਂਡਵਾਨਾ ਲੈਂਡ ਉੱਪਰ ਨੂੰ ਇੰਪਰੂਵ ਹੋ ਰਿਹਾ ਸੀ, ਇਹ ਇੱਧਰਲੇ ਪਾਸੇ ਜਾ ਰਿਹਾ ਸੀ, ਇਹਨਾਂ ਦੇ ਵਿੱਚ ਜਿਹੜੀਆਂ ਨਦੀਆਂ ਆ ਰਹੀਆਂ ਸੀ, ਉਦੋਂ ਵੀ ਬਹੁਤ ਤਰ੍ਹਾਂ ਦੀਆਂ ਨਦੀਆਂ ਇਹਦੇ ਵਿੱਚ ਪਾਣੀ ਚੁੱਕਦੀਆਂ ਸੀ। ਇੱਧਰ ਜਿਹੜੀ ਗੋਂਡਵਾਨਾ ਲੈਂਡ ਦੀਆਂ ਨਦੀਆਂ ਸੀ, ਉਹ ਵੀ ਟੈਥਿਸ ਸਾਗਰ ਦੇ ਵਿੱਚ ਚੱਲ ਸਕਦੀਆਂ ਸੀ। ਜਦੋਂ ਇਹਦੀ ਮੂਵਮੈਂਟ ਸ਼ੁਰੂ ਹੋਈ ਤਾਂ ਟੈਥਿਸ ਸਾਗਰ ਦੇ ਵਿੱਚ ਜਿਹੜਾ ਗਾਰ ਸੀ, ਉਹਨੇ ਉੱਪਰ ਉੱਠਣਾ ਸ਼ੁਰੂ ਕਰ ਦਿੱਤਾ। ਇਹ ਪਲੇਟਸ ਜਾ ਕੇ ਇਹਦੇ ਵਿੱਚ ਇਹਦੇ ਨੀਚੇ ਮਰਜ ਹੋ ਗਈਆਂ, ਇਹਨਾਂ ਪਲੇਟਸ ਦੇ ਨੀਚੇ ਜਾ ਕੇ ਮਰਜ ਹੋ ਗਈਆਂ, ਤਾਂ ਜਿਹੜਾ ਬਿਜਲੀ ਗਾਰ ਸੀ ਉਹਨੇ ਉੱਪਰ ਉੱਠਣਾ ਵੱਲ ਪੈ ਗਈ, ਵੱਲ ਪੈ ਕੇ ਉਹਦੇ ਵਿੱਚ ਇਸ ਤਰ੍ਹਾਂ ਹਿਮਾਲਿਆ ਪਰਬਤ ਦੀ ਉਤਪਤੀ ਹੋਈ। ਸੋ ਆਹ ਪਿਕਚਰ ਦੇ ਵਿੱਚ ਤੁਸੀਂ ਉਹ ਦੇਖੋ, ਮਹਾਰਾਜਾ ਇਹਨੂੰ ਜ਼ਮਨ ਕਰੋ ਵੀ ਆਹ ਸਾਡੇ ਕੋਲੇ ਪਠਾਰ ਹੈ, ਦੱਖਣ ਦਾ ਪਠਾਰ ਹੈ ਜਿਹਨੂੰ ਆਪਾਂ ਗੋਂਡਵਾਨਾ ਲੈਂਡ ਬੋਲਦੇ ਸੀ, ਇੱਧਰਲੇ ਪਾਸੇ ਕੋਲੇ ਤਿੱਬਤ ਦਾ ਪਠਾਰ ਹੈ, ਹਨ। ਸੋ ਜਦੋਂ ਇਹਨੇ ਰਿਮੂਵ ਕਰਨੇ ਸ਼ੁਰੂ ਕਰ ਦਿੱਤਾ ਤਾਂ ਆਹ ਉਹਦੀ ਹਿਮਾਲਿਆ ਪਰਬਤ ਦੀ ਉਤਪਤੀ ਸ਼ੁਰੂ ਹੋਣੀ ਹੋਗੀ। ਇਸ ਤੋਂ ਬਾਅਦ ਛੋਟੀਆਂ ਹਿਮਾਲਿਆ, ਸ਼ਿਵਾਲਿਕ ਦੀਆਂ ਪਹਾੜੀਆਂ ਆ ਗਈਆਂ, ਫਿਰ ਮੱਧ ਹਿਮਾਲਿਆ ਆ ਗਿਆ, ਫਿਰ ਗ੍ਰੇਟਰ ਹਿਮਾਲਿਆ ਆ ਗਿਆ, ਇਸ ਤੋਂ ਉੱਪਰ ਟਰਾਂਸ ਹਿਮਾਲਿਆ ਵਗੈਰਾ ਆ ਗਿਆ, ਤੇ ਉਸ ਤੋਂ ਉੱਪਰ ਫਿਰ ਜਾ ਕੇ ਤਿੱਬਤ ਦਾ ਪਠਾਰ ਭਜ ਗਿਆ। ਤਾਂ ਆਹ ਜਿਹੜੀ ਇੱਕ ਵਿਚਾਲੇ ਦੇਖੋ, ਆਹ ਤਾਂ ਪਠਾਰ ਹੋ ਗਿਆ, ਇਹ ਪਠਾਰ ਹੈ, ਠੀਕ ਹੈ। ਆਹ ਜਿਹੜੀ ਵਿਚਾਲੇ ਸਪੇਸ ਬਚ ਗਈ, ਇਹ ਟੈਥਿਸ ਸਾਗਰ ਦਾ ਬਚਿਆ ਹੋਇਆ ਹਿੱਸਾ ਸੀ, ਜਿੱਥੋਂ ਟੈਥਿਸ ਸਾਗਰ ਨਿਕਲ ਗਿਆ। ਹੁਣ ਹਜ਼ਾਰਾਂ ਲੱਖਾਂ ਸਾਲਾਂ ਤੱਕ ਜਿਹੜੀਆਂ ਇਹ ਪਠਾਰ ਦੀਆਂ ਨਦੀਆਂ ਸੀ, ਉਹ ਵੀ ਹਿਮਾਲਿਆ ਪਰਬਤ ਤੋਂ ਆਉਣ ਵਾਲੀਆਂ ਹਜ਼ਾਰਾਂ ਸੈਂਕੜੇ ਨਦੀਆਂ ਨੇ ਇਸ ਜਿਹੜੀ ਖੱਡ ਸੀ ਜਿਹਦਾ ਟੈਥਿਸ ਸਾਗਰ ਖਾਲੀ ਹੋਇਆ ਸੀ, ਉਹਦੇ ਵਿੱਚ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਹੁਣ ਨਦੀਆਂ ਪਾਣੀ ਦੇ ਨਾਲ ਨਾਲ ਬਹੁਤ ਸਾਰਾ ਰੇਤ, ਮਿੱਟੀ, ਹਨਾ, ਕਿੰਨਾ ਕੁਛ ਨਾਲ ਆਪਣੇ ਲੈ ਕੇ ਆਉਂਦੀਆਂ ਨੇ। ਉਹ ਸਾਰਾ ਕੁਝ ਕਿੱਥੇ ਜਮ੍ਹਾਂ ਹੋਣਾ ਸ਼ੁਰੂ ਹੋ ਗਿਆ, ਇਸ ਦੀ ਧਰਤੀ ਦੇ ਵਿੱਚ ਪੂਰੇ ਸਾਰਾ ਕੁਝ ਜਮ੍ਹਾਂ ਹੋਣ ਲੱਗ ਗਿਆ। ਹੌਲੀ 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 ਹਜ਼ਾਰਾਂ ਸਾਲਾਂ ਦੇ ਵਿੱਚ ਇਹ ਜਿਹੜਾ ਸੀਗਾ ਖੱਡ ਜਿਹੜੀ ਖਾਲੀ ਹੋਈ ਸੀ ਟੈਥਿਸ ਸਾਗਰ ਵਾਲੀ, ਉਹ ਕਾਹਦੇ ਨਾਲ ਭਰ ਗਈ? ਇਹ ਬਾਲੂ ਮਿੱਟੀ ਨਾਲ, ਰੇਤ ਨਾਲ, ਚਿਕਨੀ ਮਿੱਟੀ ਨਾਲ, ਇਸ ਤਰ੍ਹਾਂ ਇਹ ਜਲੋੜ ਮਿੱਟੀ, ਜਿੰਨੀਆਂ ਵੀ ਤਰ੍ਹਾਂ ਦੀਆਂ ਮਿੱਟੀਆਂ ਉੱਥੋਂ ਪਹਾੜਾਂ ਤੋਂ ਜਾਂ ਪਠਾਰਾਂ ਤੋਂ ਆਈਆਂ, ਉਹ ਸਾਰੀਆਂ ਇਹਦੇ ਵਿੱਚ ਭਰ ਗਈਆਂ। ਇੱਕ ਲੈਵਲ ਤੋਂ ਮਗਰੋਂ ਇਹਦੇ ਉੱਪਰਲੇ ਪਾਸੇ ਹੌਲੀ 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 ਅੱਪਰ ਹੋ ਕੇ ਇਹ ਇੰਨਾ ਜ਼ਿਆਦਾ ਅੱਪਰ ਹੋ ਗਿਆ ਵੀ ਇਹ ਮਿੱਟੀ ਨਾਲ ਸਾਰਾ ਭਰ ਗਿਆ। ਤਾਂ ਇਹ ਮਿੱਟੀ ਇਸ ਤਰ੍ਹਾਂ ਦੀ ਹੈ ਜਿਹੜੀ ਪਾਣੀ ਨੂੰ ਸ਼ੋਸ਼ਿਤ ਕਰ ਦਿੰਦੀ ਹੈ। ਇਹਦੇ ਬੇਸ ਦੇ ਉੱਤੇ ਕੀ ਹੈ? ਆਹ ਚਟਾਨਾਂ, ਦੇਖੋ ਚਟਾਨ ਹੈ, ਉਹ ਚਟਾਨ ਜਾ ਕੇ ਗਾਂ ਪਰਬਤ ਬਣਨੇ ਸ਼ੁਰੂ ਹੋ ਗਏ। ਤਾਂ ਇਹ ਇੱਕ ਹੱਦ ਤੱਕ ਮਿੱਟੀ ਸੀ, ਉਸ ਤੋਂ ਨੀਚੇ ਇਹਦੇ ਵਿੱਚ ਪਾਣੀ ਹੋ ਗਿਆ। ਤੁਸੀਂ ਦੇਖਿਆ ਹੋਊ ਸਾਡੇ ਮੈਦਾਨਾਂ ਦੇ ਵਿੱਚ ਜਿੰਨਾ ਬਾਰਿਸ਼ ਹੁੰਦੀ ਹੈ, ਸਾਰਾ ਪਾਣੀ ਦੇ ਵਿੱਚ ਜ਼ਮੀਨ ਦੇ ਵਿੱਚ ਦਬ ਜਾਂਦਾ। ਆਪਾਂ ਕਹਿੰਦੇ ਟਿਊਬਵੈਲ, ਤੁਹਾਡੇ ਯਾਦ ਹੋਵੇ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਟਿਊਬਵੈਲ ਲਾਏ ਜਾਂਦੇ ਨੇ, ਆਪਾਂ ਕਹਿੰਦੇ ਪਾਣੀ ਇੰਨੇ 100 ਫੁੱਟ ਤੇ ਚਲਾ ਗਿਆ। ਬੇਟਾ ਉਹ ਆਹੀ ਚੀਜ਼ ਹੈ। ਇਹ ਮਿੱਟੀ ਦੇ ਨੀਚੇ, ਜਿਹੜੀ ਮਿੱਟੀ ਦੇ ਉੱਤੇ ਅਸੀਂ ਰਹਿ ਰਹੇ ਹਾਂ, ਇਹਦੇ ਨੀਚੇ ਪਾਣੀ, ਉਹ ਪਾਣੀ ਪੁਰਾਣਾ ਪਾਣੀ ਥੱਲੇ ਜਮ੍ਹਾਂ ਹੋਇਆ ਹੋਇਆ, ਜਾਂ ਹੁਣ ਜਿਹੜੀ ਬਾਰਿਸ਼ ਹੈ ਉਹਦੇ ਕਰਕੇ ਪਾਣੀ ਜ਼ਮੀਨ ਦੇ ਵਿੱਚ ਸੋਖ ਜਾਂਦਾ ਹੈ, ਕਿਉਂਕਿ ਜਮ੍ਹਾਂ ਬੇਸ ਦੇ ਉੱਤੇ ਜਾ ਕੇ ਚਟਾਨ ਨੇ, ਉਸ ਨੀਚੇ ਕੁਝ ਨਹੀਂ ਹੈ। ਸੋ ਜਦੋਂ ਅਸੀਂ ਟਿਊਬਵੈਲ ਲਾਉਂਦੇ ਹਾਂ, ਦੇਖੋ ਉਹਦੇ ਡੱਗ ਕੀਤਾ ਹੈ ਨਾ, ਤਾਂ ਆਹ ਸਾਡਾ ਜਿਹੜਾ ਟਿਊਬਵੈਲ ਤੱਕ ਪਾਣੀ ਪਹੁੰਚ ਜਾਂਦਾ। ਇਹ ਪਾਣੀ ਦੇ ਲੈਵਲ ਅੱਜ ਕੱਲ੍ਹ ਡਾਊਨ ਹੋ ਗਏ। ਸੋ ਆਹ ਜਿਹੜੀ ਉਤਪਤੀ ਹੈ, ਇਹ ਮੈਦਾਨ ਬਣੇ ਨੇ ਇਸ ਤਰ੍ਹਾਂ ਹਿਮਾਲਿਆ ਪਰਬਤ ਤੋਂ ਤੇ ਪਠਾਰ ਤੋਂ, ਜਿਹੜੀਆਂ ਨਦੀਆਂ ਦੇ ਨਾਲ ਵਿਸ਼ੇਸ਼ ਲੈ ਕੇ ਆਈਆਂ ਸੀ, ਜਿਹੜੀਆਂ ਨਦੀਆਂ ਬਾਲੂ, ਮਿੱਟੀ, ਰੇਤ, ਕੰਕਰ ਜੋ ਲੈ ਕੇ ਆਈਆਂ ਸੀ, ਉਹ ਸਾਰੀਆਂ ਖੱਡ ਨੂੰ ਭਰਦੀ ਗਈਆਂ। ਤਾਂ ਉਹ ਖੱਡ ਕਿੱਥੇ ਹੈ? ਆਹ ਸਾਰੀ ਉਹ ਖੱਡ ਹੈ ਉੱਤਰ ਦੇ ਮੈਦਾਨ, ਜਿਹਨੂੰ ਅਸੀਂ ਅੱਜ ਕੱਲ੍ਹ ਉੱਤਰ ਦੇ ਮੈਦਾਨ ਕਹਿੰਦੇ ਹਾਂ। ਸੋ ਇਸ ਤਰ੍ਹਾਂ ਸਾਡੇ ਉੱਤਰ ਦੇ ਮੈਦਾਨਾਂ ਦੀ ਉਤਪਤੀ ਹੋਈ। ਇਹਦੇ ਵਿੱਚ ਇੰਨੀ ਜ਼ਿਆਦਾ ਮਿੱਟੀ ਸੀ, ਇੰਨੀ ਵਧੀਆ ਮਿੱਟੀ ਸੀ ਕਿਸਮ ਦੀ, ਵੀ ਇਹਦੇ ਤੇ ਕ੍ਰਿਸ਼ੀ ਹੋਣ ਲੱਗੀ, ਖੇਤੀਬਾੜੀ ਕਰਨ ਲੱਗੀ। ਜਲੋੜ ਮਿੱਟੀ, ਕਾਲੀ ਮਿੱਟੀ, ਇਸ ਤਰ੍ਹਾਂ ਦੀਆਂ ਮਿੱਟੀਆਂ, ਵੱਖ-ਵੱਖ ਤਰ੍ਹਾਂ ਦੀਆਂ ਮਿੱਟੀਆਂ ਇਸ ਪਰਬਤਾਂ ਤੋਂ ਤੇ ਢਲਾਣਾਂ ਤੋਂ ਪ੍ਰਾਪਤ ਹੁੰਦੀਆਂ ਰਹੀਆਂ, ਤੇ ਹੌਲੀ ਹੌਲੀ ਇਹਨਾਂ ਮੈਦਾਨਾਂ ਦੀ। ਸੋ ਇਸ ਤਰ੍ਹਾਂ ਸਾਨੂੰ ਪਤਾ ਲੱਗਦਾ ਵੀ ਸਾਡੇ ਜਿਹੜੇ ਮੈਦਾਨ ਕਿੱਥੇ ਨੇ। ਜੇ ਪੰਜਾਬ ਦੀ ਗੱਲ ਕਰੀਏ ਤਾਂ ਸਤਲੁਜ, ਪੰਜਾਬ ਦੇ ਵਿੱਚ ਸਤਲੁਜ ਦਰਿਆ ਹੈ, ਸਤਲੁਜ ਦਰਿਆ ਤੋਂ ਲੈ ਕੇ ਬ੍ਰਹਮਪੁੱਤਰ ਦਰਿਆ ਤੱਕ, ਜਿਹੜਾ ਗੰਗਾ ਨਾਲ ਮਿਲ ਕੇ ਪੱਛਮੀ ਬੰਗਾਲ ਵਿੱਚ ਡੈਲਟਾ ਬਣਾਉਂਦਾ ਹੈ, ਉੱਥੋਂ ਤੱਕ ਦੇ ਸਾਰੇ ਇਸ ਏਰੀਏ ਨੂੰ ਉੱਤਰ ਦੇ ਮੈਦਾਨ ਆਖਦੇ ਹਾਂ। ਵਿਸ਼ਵ ਦੇ ਵਿੱਚ ਜਿਹੜੇ ਇਹ ਉੱਤਰ ਦੇ ਮੈਦਾਨ ਨੇ, ਇਹ ਕਾਫੀ ਮਸ਼ਹੂਰ ਮੈਦਾਨ ਨੇ। ਇੱਥੋਂ ਦੀ ਉਪਜਾਊ ਮਿੱਟੀ ਹੈ। ਸੋ ਇਹਦੇ ਨਾਲ ਸਾਨੂੰ ਇਹਦੀ ਸਥਿਤੀ ਦਾ ਵੀ ਹਿਮਾਲਿਆ ਤੋਂ ਅਕੋਰਡਿੰਗ ਇਹਦੀ ਕੀ ਸਥਿਤੀ ਹੈ, ਪੂਰਬੀ ਪਠਾਰਾਂ ਤੋਂ ਦੀ ਕੀ ਸਥਿਤੀ ਹੈ, ਇਹ ਸਾਰੀ ਹੈ ਉੱਤਰ ਦੇ ਮੈਦਾਨਾਂ ਦੀ ਸਥਿਤੀ ਆ ਗਈ, ਆਕਾਰ ਆ ਗਿਆ, ਤੇ ਉਹਨਾਂ ਦੀ ਰਚਨਾ ਕਿਵੇਂ ਹੋਈ ਇਹ ਆ ਗਿਆ। ਮੇਨ ਚੀਜ਼ਾਂ ਵੀ ਇਹਨਾਂ ਦੀ ਰਚਨਾ ਕਿਵੇਂ ਹੋਈ, ਇਹ ਕਨਸੈਪਟ ਨੂੰ ਤੁਸੀਂ ਧਿਆਨ ਨਾਲ ਸਮਝ ਲਿਓ ਵੀ ਇਹਨਾਂ ਦੀ ਰਚਨਾ ਇਹਨਾਂ ਨਦੀਆਂ ਦੁਆਰਾ ਲਿਆਤੀ ਗਈ, ਜੋ ਇਹਦੇ ਨਾਲ ਅਵਸ਼ੇਸ਼ ਲੈ ਕੇ ਆਉਂਦੇ ਸੀ, ਜੋ ਰੇਤ ਮਿੱਟੀ ਲੈ ਕੇ ਆਉਂਦੀ ਸੀ, ਉਹਦੇ ਨਾਲ ਜਿਹੜੀ ਟੈਥਿਸ ਸਾਗਰ ਦੀ ਸਪੇਸ ਸੀ ਉਹ ਭਰ ਗਈ, ਤੇ ਉੱਥੇ ਅੱਜ ਦੇ ਜਿਹੜੇ ਮੈਦਾਨ ਨੇ ਉਹ ਸਥਾਪਿਤ।
ਸੋ ਬੇਟਾ ਹੁਣ ਆਪਾਂ ਇਹਦੀ ਜਿਹੜੇ ਮੈਦਾਨ ਨੇ ਉੱਤਰੀ ਮੈਦਾਨ ਨੇ ਇਹਨਾਂ ਦੀ ਧਰਾਤਲੀ ਭਿੰਨਤਾ ਬਾਰੇ ਪੜ੍ਹਦੇ ਹਾਂ। ਧਰਾਤਲੀ ਭਿੰਨਤਾ ਦੇ ਵੇਲੇ ਅਸੀਂ ਦੇਖਦੇ ਹਾਂ ਵੀ ਉੱਤਰ ਤੋਂ ਲੈ ਕੇ ਦੱਖਣ ਵਾਲੇ ਪਾਸੇ ਜਦੋਂ ਅਸੀਂ ਭਾਰਤ ਦੇ ਜਾਂਦੇ ਹਾਂ ਤਾਂ ਇਹਦੇ ਵਿੱਚ ਕਿਹੜੀ ਕਿਹੜੀ ਭਿੰਨਤਾ ਹੋ ਜਾਂਦੀ ਹੈ। ਸੋ ਇਸ ਨੂੰ ਅਸੀਂ ਧਰਾਤਲੀ ਭਿੰਨਤਾ ਕਰਦੇ ਜਦੋਂ ਅਸੀਂ ਉੱਤਰ ਤੋਂ ਲੈ ਕੇ ਦੱਖਣ ਵਾਲੇ ਪਾਸੇ ਨੂੰ ਜਾਈਏ ਤਾਂ ਇਹਨੂੰ ਜੇ ਅਸੀਂ ਇੱਕ ਸੀਕੁਐਂਸ ਦੇ ਵਿੱਚ ਆਵਾਂਗੇ, ਸਭ ਤੋਂ ਪਹਿਲਾਂ ਸਾਨੂੰ ਭਾਬਰ ਦੇ ਮੈਦਾਨ ਮਿਲਦੇ ਨੇ, ਫਿਰ ਸਾਨੂੰ ਤਰਾਈ ਮੈਦਾਨ ਮਿਲਦੇ ਨੇ, ਫਿਰ ਸਾਨੂੰ ਜਰੌੜ ਮਿੱਟੀ ਦੇ ਇੱਕ ਮੈਦਾਨ ਮਿਲਦੇ ਨੇ ਜਿਹਨੂੰ ਅਸੀਂ ਅੱਗੇ ਦੋ ਭਾਗਾਂ ਵਿੱਚ ਵੰਡਾਂਗੇ, ਬਾਂਗਰ ਅਤੇ ਖੰਡ ਦੇ ਮੈਦਾਨ। ਸੋ ਇਹ ਕੀ ਹੁੰਦੇ ਨੇ, ਕਿਵੇਂ ਬਣਦੇ ਨੇ, ਇਹਨੂੰ ਰੱਟਾ ਲਾਉਣ ਦੀ ਲੋੜ ਨਹੀਂ ਹੈ। ਜਸਟ ਨਾ ਇਮੈਜਿਨ ਕਰੋ ਵੀ ਕਿਹੜੀ ਚੀਜ਼ ਕਿਵੇਂ ਚੱਲ ਰਹੀ ਹੈ, ਨਦੀ ਦਾ ਉਥਾਨ ਕਿੱਥੋਂ ਹੋਇਆ, ਕਿਵੇਂ ਨਦੀ ਚੱਲੀ, ਕਿਵੇਂ ਉਹ ਮੈਦਾਨ ਦੇ ਵਿੱਚ ਆਈ। ਉਸ ਰੂਪ ਨੂੰ ਜਦੋਂ ਤੁਸੀਂ ਸਮਝੋਗੇ ਫਿਰ ਤੁਹਾਨੂੰ ਇਹ ਚੀਜ਼ ਬਾਰੇ ਸਮਝ ਲੱਗ ਜਾਓ। ਫਿਰ ਦੇਖੋ ਇੱਕ ਵਾਰ ਤੁਸੀਂ ਇਹ ਸਮਝ ਕੇ ਦੇਖੋ ਵੀ ਸਾਡੇ ਕੋਲੇ ਨਾ ਆਹ ਪਰਬਤ ਬਣੇ ਹੋਏ ਨੇ, ਇਹ ਪਰਬਤਾਂ ਦੇ ਉੱਤੋਂ ਇੱਕ ਨਹਿਰ, ਆਹ ਪਰਬਤ ਤੋਂ ਨਹਿਰ ਦਾ ਜਨਮ ਹੋਇਆ, ਉਹ ਨਹਿਰ ਨੀਚੇ ਵੱਲ ਨੂੰ ਜਾ ਰਹੀ ਹੈ, ਤੁਹਾਨੂੰ ਉਹ ਸਲੋਪ ਮਿਲੀ ਵੀ ਦੇਖੋ, ਸਲੋਪ ਨਾਲ ਉਹਦੀ ਸਪੀਡ ਹੈ, ਸਪੀਡ ਹੋਏਗੀ ਨਦੀ ਦੀ ਜਦੋਂ ਉੱਪਰੋਂ ਸਪੀਡ ਨਾਲ ਆ ਰਹੀ ਹੈ, ਫਿਰ ਉਹਦੇ ਕੋਲ એનર્ਜੀ ਵੀ ਹੋਏਗੀ, ਹਨਾ, ਸਪੀਡ ਹੈ, એનર્ਜੀ ਹੈ, ਤਾਂ ਉਹ ਇਹਦੀ ਸਲੋਪ ਦੇ ਸਪੀਡ ਦੇ એનર્ਜੀ ਨਾਲ ਹੈ, ਉਹ ਸਾਰੀਆਂ ਚਟਾਨਾਂ ਨੂੰ ਕੱਟਦੀ ਹੋਈ, ਵੱਡੀਆਂ ਛੋਟੀਆਂ ਚਟਾਨਾਂ ਨੂੰ ਕੱਟਦੀ ਹੋਈ, ਪਾਣੀ ਦੇ ਨਾਲ ਨਾ ਉਹ ਸਾਰੇ ਪੱਥਰ, ਰੋੜੇ, ਇੱਟਾਂ, ਹਨਾ, ਜੋ ਵੀ ਚੀਜ਼ ਲੱਗਦੀ ਹੈ ਆਪਾਂ ਉਹ ਚਟਾਨਾਂ ਨੂੰ ਕੱਟਦੀ ਹੋਈ ਆਪਦੇ ਨਾਲ ਵਹਾ ਕੇ ਲਿਆਉਂਦੀ। ਠੀਕ ਹੈ, ਹੁਣ ਉਹ ਵਹਾ ਕੇ ਉਹ ਪਹਾੜ ਤੋਂ ਆਉਂਦੀ ਹੁੰਦੀ, ਹੁਣ ਉਹ ਆ ਗਈ ਮੈਦਾਨ ਦੇ ਵਿੱਚ, ਆਏਗੀ ਜਾ ਕੇ ਉਹਨੇ ਮੈਦਾਨ ਦੇ ਵਿੱਚ ਆਪਣਾ ਐਂਟਰ ਕਰ ਲਿਆ ਪੂਰੇ ਆਨਸਰ ਬੇਟਾ। ਜਿਹੜੀ ਇੱਕ ਦੀ ਸਪੀਡ ਸੀ, ਕਿਉਂਕਿ ਸਲੋਪ ਕਰਕੇ ਜਿਹੜੀ ਸਪੀਡ ਸੀ ਉਹ ਘਟ ਜੂਗੀ, એનર્ਜੀ ਘਟ ਜੂਗੀ, એનર્ਜੀ ਘਟਣ ਦੇ ਨਾਲ ਕੀ ਹੋਊਗਾ, ਜਿਹੜੀਆਂ ਚਟਾਨਾਂ ਵੱਡੀਆਂ ਛੋਟੀਆਂ, ਜਿਹੜੀਆਂ ਵੱਡੀਆਂ ਚਟਾਨਾਂ ਨੇ ਖਾਸ ਕਰਕੇ ਉਹ એનર્ਜੀ ਘਟਣ ਕਰਕੇ ਉਹਨਾਂ ਨੂੰ ਉਰੇ ਸਟੋਰ ਕਰਨਾ ਸ਼ੁਰੂ ਕਰ ਦੇ। ਦੇਖੋ ਉਰੇ ਨਾ ਜਿਹੜਾ ਵੀ ਮਲਬਾ ਉਹਦੇ ਨਾਲ ਹੋਊਗਾ, ਤੁਸੀਂ ਘਰੇ ਐਗਜ਼ਾਮਪਲ ਕਰਕੇ ਦੇਖ ਲਿਓ, ਗਲਾਸ 'ਚ ਪਾਣੀ ਲਓ, ਉਹਨੂੰ ਇੱਕ ਰੜਾਉਣ ਵਾਲੀ ਚੀਜ਼ ਤੋਂ ਰੋੜੋ, ਦੇਖੋ ਕਿੰਨੀ ਸਪੀਡ ਨਾਲ ਜਾਂਦਾ, ਸਾਰਾ ਕੁਝ ਬਹਾ ਕੇ ਆਪਣਾ ਅੰਦਰ। ਫਿਰ ਤੁਸੀਂ ਉਹਨੂੰ ਪਲੇਨ ਫਸਟ ਤੇ ਰੋੜੋ, ਦੇਖੋ ਪਾਣੀ ਦੀ ਸਪੀਡ ਨਹੀਂ ਹੋਊਗੀ, ਉਹ ਹੌਲੀ ਹੌਲੀ ਮੂਵ ਕਰਦਾ ਜਾਊਗਾ ਜਿੱਥੇ ਨੂੰ ਢਲਾਨ ਹੋਊਗੀ। ਸੋ ਉਸੇ ਤਰ੍ਹਾਂ ਜਿਹੜੀਆਂ ਵੱਡੀਆਂ ਚਟਾਨਾਂ ਹੋਣਗੀਆਂ ਉਹ ਸਾਰੀਆਂ ਉਸ ਪੁਆਇੰਟ ਉੱਤੇ ਜਦੋਂ ਇੱਕ ਪਰਬਤ ਤੋਂ ਪਲੇਨ ਵਾਲੇ ਥਾਂ ਤੇ ਉਹ ਨਦੀ ਐਂਟਰ ਕਰਦੀ ਹੈ, ਉੱਥੇ ਉਹ ਇਕੱਠੀਆਂ ਕਰ ਦਿੰਦੀਆਂ। ਹੁਣ ਇਹ ਇਕੱਠੀਆਂ ਕਰਨ ਨਾਲ ਕੀ ਹੁੰਦਾ, ਛੋਟੇ ਮਲਬਾ ਦਾ ਗਾਹਾਂ ਨਿਕਲਦਾ, ਵੱਡੀਆਂ ਚਟਾਨਾਂ ਉਰੇ ਇਕੱਠੀਆਂ ਹੋ ਜਾਂਦੀਆਂ ਨੇ। ਇਹ ਚਟਾਨਾਂ ਵਾਲਾ ਜਿਹੜਾ ਸਥਾਨ ਹੈ ਉਸ ਨੂੰ ਅਸੀਂ ਭਾਬਰ ਦਾ ਸਥਾਨ ਬੋਲਦੇ ਹਾਂ। ਇੱਥੇ ਕੀ ਹੁੰਦਾ ਹੈ, ਇੱਥੇ ਜਿਹੜੀਆਂ ਛੋਟੀਆਂ ਨਦੀਆਂ ਨੇ ਉਹ ਸਾਰੀਆਂ ਇਹਨਾਂ ਚਟਾਨਾਂ ਦੇ ਪਿੱਛੇ ਲੁਪਤ ਹੋ ਜਾਂਦੀਆਂ ਨੇ। ਜਿੰਨੀਆਂ ਵੀ ਚਟਾਨਾਂ ਨੇ ਉੱਥੇ ਸਟੋਰ ਕੀਤੀਆਂ ਇਹਦੇ ਵਿੱਚ ਆ ਕੇ ਛੋਟੀ ਛੋਟੀ ਨਹਿਰਾਂ ਵਿੱਚ ਲੁਪਤ ਹੋ ਜਾਂਦੀਆਂ ਨੇ, ਬਾਕੀ ਖੰਡਿਤ ਹੋ ਜਾਂਦੀਆਂ ਨੇ, ਫਿਰ ਇਹ ਖੰਡਿਤ ਹੋ ਜਾਂਦੀਆਂ ਨੇ ਗਾਹਾਂ ਦੀ ਗਾਹਾਂ। ਭਾਵ ਕਹਿਣ ਤੋਂ ਕੀ ਹੈ, ਜਿਹੜੀਆਂ ਵੱਡੀਆਂ ਨਦੀਆਂ ਹੁੰਦੀਆਂ ਨੇ ਉਹ ਤਾਂ ਉੱਪਰੋਂ ਦਿਖਾਈ ਦਿੰਦੀਆਂ ਨੇ, ਪਰ ਜਿਹੜੀਆਂ ਛੋਟੀਆਂ ਚਟਾਨਾਂ, ਛੋਟੀਆਂ ਨਦੀਆਂ ਹੁੰਦੀਆਂ ਨੇ ਉਹ ਇਹਨਾਂ ਚਟਾਨਾਂ ਦੇ ਵਿੱਚ ਹੀ ਲੁਪਤ ਹੋ ਜਾਂਦੀਆਂ ਨੇ। ਇਹ ਖੇਤਰ ਦੇ ਵਿੱਚ ਜਾ ਕੇ ਇਸ ਖੇਤਰ ਨੂੰ ਅਸੀਂ ਭਾਬਰ ਖੇਤਰ ਬੋਲਦੇ ਹਾਂ। ਜਦੋਂ ਇੱਕ ਨਹਿਰ, ਜਦੋਂ ਇੱਕ ਦਰਿਆ ਉੱਪਰੋਂ ਪਹਾੜ ਦੀ ਸਾਈਡ ਤੋਂ ਆ ਕੇ ਮੈਦਾਨ ਦੇ ਵਿੱਚ ਐਂਟਰ ਕਰਦਾ ਹੈ ਤੇ ਉੱਥੇ ਆਪਣੇ ਨਾਲ ਬਹਾ ਕੇ ਲਿਆਈਆਂ ਗਈਆਂ ਸਾਰੀਆਂ ਵੱਡੀਆਂ ਚਟਾਨਾਂ ਨੂੰ ਉੱਥੇ ਉਹਨੂੰ ਛੱਡਣਾ ਪੈਂਦਾ, ਕਿਉਂਕਿ ਉਹਦੀ એનર્ਜੀ ਘੱਟ ਜਾਂਦੀ ਹੈ, ਉਹਦੀ ਸਪੀਡ ਘੱਟ ਜਾਂਦੀ ਹੈ। ਉਹ ਖੇਤਰ ਸਾਡੇ ਕੋਲੇ ਭਾਬਰ ਦਾ ਖੇਤਰ ਆਉਂਦਾ ਹੈ। ਇਸ ਨੂੰ ਅਸੀਂ 8 ਕਿਲੋਮੀਟਰ ਤੋਂ 16 ਕਿਲੋਮੀਟਰ ਦੀ ਰੇਂਜ ਦੇ ਵਿੱਚ ਲੈਂਦੇ ਵੀ ਇੰਨੇ ਖੇਤਰ ਤੱਕ ਇਹ ਖੇਤਰ ਫੈਲਿਆ ਹੁੰਦਾ ਹੈ। ਹੁਣ ਕਿਉਂਕਿ ਇਸ ਖੇਤਰ ਦੇ ਚਟਾਨਾਂ ਨੇ, ਆ ਦੇਖੋ ਹੁਣ ਅਸੀਂ ਚੱਲੇ ਹਾਂ ਹਿਮਾਲਿਆ ਪਰਬਤ ਤੋਂ, ਉਹਦੇ ਸਾਨੂੰ ਪਤਾ ਸਾਰਾ ਹਿਮਾਲਿਆ ਪਰਬਤ ਦੀ ਸ਼ਿਵਾਲਿਕ ਪਹਾੜੀਆਂ ਨੇ। ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਜਦੋਂ ਨਹਿਰ ਨੇ ਨੀਚੇ ਡਿੱਗਿਆ ਤਾਂ ਉਸਦੀ એનર્ਜੀ ਘੱਟ ਹੋ ਗਈ, ਉਸਨੇ ਆਪਣੇ ਨਾਲ ਵਹਾ ਕੇ ਲਿਆਤੀਆਂ ਸਾਰੀਆਂ ਚਟਾਨਾਂ, ਦੇਖੋ ਰੈੱਡ ਕਲਰ ਦੇ ਜਿਹੜੇ ਡਾਟਸ ਨੇ, ਮੰਨ ਕੇ ਚਲੋ ਇਹ ਸਾਰੀਆਂ ਚਟਾਨਾਂ ਉਰੋਂ ਨਹਿਰਾਂ ਜਿਹੜੀਆਂ ਵੱਖ-ਵੱਖ ਨਹਿਰਾਂ ਆਉਂਦੀਆਂ ਨੇ ਉਹਨਾਂ ਨੇ ਆਪਣੀ ਉਰੇ ਛੱਡ ਦਿੱਤੀਆਂ। ਇਹ ਛੱਡਣ ਨਾਲ ਇਹ ਚਟਾਨੀ ਹੈ, ਇਹਦੇ ਵਿੱਚ ਚਟਾਨੀ ਖੇਤਰ ਬਣ ਗਿਆ, ਇਹਦੇ ਵਿੱਚ ਛੋਟੀਆਂ ਜਿਹੜੀਆਂ ਨਹਿਰਾਂ ਸਿਰਫ ਵਿੱਚ ਹੀ ਮਰਜ ਹੋ ਗਈਆਂ, ਸਿਰਫ ਵੱਡੀਆਂ ਨਹਿਰਾਂ ਨੇ ਜਿਹੜੀਆਂ ਉੱਪਰੋਂ ਦਿਖਾਈ ਦਿੰਦੀਆਂ ਨੇ। ਇਸ ਖੇਤਰ ਨੂੰ ਅਸੀਂ ਭਾਬਰ ਦਾ ਖੇਤਰ ਬੋਲਦੇ ਹਾਂ। ਇਹ ਦੇਖੋ ਭਾਬਰ ਦਾ ਖੇਤਰ ਸਾਰਾ ਹਿਮਾਲਿਆ ਸ਼ਿਵਾਲਿਕ ਪਹਾੜੀ ਦੇ ਨਾਲ ਇਹ ਸਾਰਾ ਭਾਬਰ ਦਾ ਖੇਤਰ ਹੈ। ਤਾਂ ਇੱਥੇ ਚਟਾਨਾਂ ਨੇ, ਸੋ ਇੱਥੇ ਖੇਤੀਬਾੜੀ ਕੋਈ ਨਹੀਂ ਹੋ ਸਕਦੀ, ਕੋਈ ਖੇਤੀ ਨਹੀਂ ਹੋਊਗੀ, ਕਿਉਂਕਿ ਚਟਾਨਾਂ ਹੋਣ ਕਰਕੇ ਉੱਥੇ ਕੋਈ ਮਿੱਟੀ ਨਹੀਂ ਹੁੰਦੀ ਉਪਜਾਊ, ਇਸ ਕਰਕੇ ਇੱਥੇ ਕੋਈ ਖੇਤੀਬਾੜੀ ਨਹੀਂ ਹੁੰਦੀ। ਇਹ ਖੇਤਰ ਦੀ ਰੇਂਜ ਹੈ 8 ਤੋਂ ਲੈ ਕੇ 16 ਕਿਲੋਮੀਟਰ ਦੀ ਰੇਂਜ ਹੈ। ਇਹ ਸਾਰੇ ਸ਼ਿਵਾਲਿਕ ਪਹਾੜੀਆਂ ਨਾਲ ਆਪਣੇ ਉੱਤਰ ਦਿਸ਼ਾ ਤੋਂ ਲੈ ਕੇ ਪੂਰੇ ਆਪਣੇ ਨਾਰਥ ਆ ਗਿਆ, ਨਾਰਥ ਤੋਂ ਲੈ ਕੇ ਉਸ ਨੂੰ ਈਸਟ ਵੱਲ ਨੂੰ ਵੱਧਦਾ ਹੁੰਦਾ ਹੈ। ਸੋ ਇਹ ਇਹਦੀ ਧਰਾਤਲੀ ਭਿੰਨਤਾ ਆ ਗਈ। ਹੁਣ ਅਸੀਂ ਧਰਾਤਲੀ ਭਿੰਨਤਾ ਤੋਂ ਅੱਗੇ ਚੱਲਦੇ ਹਾਂ। ਤੁਸੀਂ ਇੱਕ ਕਨਸੈਪਟ ਦੇਖੋ, ਉਹ ਵੀ ਸਮਝੋ। ਹੁਣ ਉਦੋਂ ਕੀ ਹੋਇਆ, ਵੱਡੀਆਂ ਚਟਾਨਾਂ ਤੋਂ ਰਹਿ ਗਈਆਂ, ਫਿਰ ਛੋਟੀ ਚਟਾਨਾਂ ਨਾਲ ਰੋੜੀ ਲੈ ਕੇ ਜਾਂਦੀ ਹੈ। ਤਾਂ ਪਹਿਲਾ ਖੇਤਰ ਸਾਡੇ ਕੋਲ ਭਾਬਰ ਖੇਤਰ ਆ ਗਿਆ। ਭਾਬਰ ਤੋਂ ਮਗਰੋਂ ਹੁਣ ਅਸੀਂ ਤਰਾਈ ਖੇਤਰ ਦੇ ਵੱਲ ਜਾਣਾ। ਕੀ ਹੋਇਆ ਸੀ, ਉਹੀ ਜਿਹੜੀਆਂ ਨਹਿਰਾਂ ਉਹਦੇ ਲੁਪਤ ਹੋ ਗਈਆਂ ਸੀ, ਇਹਨਾਂ ਪਹਾੜਾਂ, ਇਹਨਾਂ ਚਟਾਨਾਂ ਦੇ ਵਿੱਚ ਲੁਪਤ ਹੋ ਗਈਆਂ ਸੀ। ਇੱਕ ਖੇਤਰ ਤੋਂ ਮਗਰੋਂ ਇੱਕ ਥਾਂ ਦੇ ਉੱਤੇ ਜਾ ਕੇ ਇਹ ਜ਼ਮੀਨ ਦੇ ਵਿੱਚੋਂ ਆਪਣੇ ਆਪ ਨਿਕਲਣੀ ਸ਼ੁਰੂ ਹੋ ਜਾਂਦੀਆਂ। ਦੇਖੋ ਆਹ ਸਾਰੀਆਂ ਜਿਹੜੀਆਂ ਨਾ ਛੋਟੀਆਂ ਨਦੀਆਂ ਸੀਗੀਆਂ, ਲੁਪਤ ਹੋਈਆਂ ਸੀ ਕੁਝ ਖੇਤਰ ਤੋਂ ਮਗਰੋਂ। ਭਾਵ ਉਹੀ 8 ਤੋਂ 16 ਜਦੋਂ ਕਿਲੋਮੀਟਰ ਟੱਪ ਗਿਆ ਏ ਤਾਂ ਉਹਨਾਂ ਨੇ ਜ਼ਮੀਨ ਦੇ ਵਿੱਚੋਂ ਅਚਾਨਕ ਪ੍ਰਗਟ ਹੋ ਜਾਂਦੀਆਂ, ਪ੍ਰਗਟ ਹੋਣੀ ਸ਼ੁਰੂ ਹੋ ਜਾਂਦੀਆਂ। ਤਾਂ ਉੱਥੇ ਇੱਕ ਰੇਂਜ ਬਣ ਜਾਂਦੀ ਹੈ, ਇੱਕ ਪਾਣੀ ਦਾ ਖੱਡੇ ਟਾਈਪ ਬਣ ਜਾਂਦਾ ਹੈ, ਜਿੱਥੇ ਬਹੁਤ ਮਾਤਰਾ ਦੇ ਵਿੱਚ ਪਾਣੀ ਇਕੱਠਾ ਪ੍ਰਭਾਵਿਤ ਹੋ ਜਾਂਦਾ ਹੈ। ਤਾਂ ਉਹ ਏਰੀਏ ਦੇ ਵਿੱਚ ਪਾਣੀ ਦਲਦਲ ਦੇ ਰੂਪ ਦੇ ਵਿੱਚ ਪਾਣੀ ਉੱਥੇ ਇਕੱਠਾ ਨਿਕਲਦਾ ਹੈ। ਤਾਂ ਉੱਥੇ ਉਹ ਇੱਕ ਦਲਦਲ ਬਣਾ ਦਿੰਦੀਆਂ ਨੇ, ਜਿਹਨੂੰ ਅਸੀਂ
ਤਰਾਈ ਗਿੱਲਾ, ਤਰਾਈ ਤੋਂ ਬਗੈਰ ਤਰਾਈ ਦੀ ਕਰਤੀ ਗਿੱਲਾ, ਗਿੱਲਾ ਉਹ ਗਿੱਲਾ ਭਾਗ ਬਣ ਜਾਂਦਾ, ਜਿਹਨੂੰ ਅਸੀਂ ਤਰਾਈ ਦਾ ਖੇਤਰ ਬੋਲਦੇ ਹਾਂ। ਇਹਦੀ ਰੇਂਜ ਜਿਹੜੀ NCERT ਦੀ ਬੁੱਕਸ ਨੇ ਉਹਦੇ ਵਿੱਚ 10 ਤੋਂ 20 ਕਿਲੋਮੀਟਰ ਆਪਣੇ ਕੋਲ ਮੈਂਸ਼ਨ ਕੀਤੀ ਗਈ ਹੈ, ਪਰ ਕਈ ਅਨਰਿਕਗਨਾਈਜ਼ਡ ਬੁੱਕਸ ਦੇ ਵਿੱਚ 15 ਤੋਂ 30 ਵੀ ਦਿੱਤੀ ਗਈ ਹੈ। ਸੋ ਇਹ ਆਪਣੇ ਅਕੋਰਡਿੰਗ ਹੀ ਨੇ। ਸੋ ਇਹ ਹੁਣ ਜਿਹੜਾ ਖੇਤਰ ਦੇਖੋ, ਪਹਿਲਾਂ ਆਪਾਂ ਉੱਪਰੋਂ ਚੱਲੇ ਹਿਮਾਲਿਆ ਦੇ ਪਹਾੜੇ ਜਿਹੜੇ ਪਹਿਲਾਂ ਸਾਡੇ ਕੋਲ ਆਇਆ ਸੀਗਾ ਭਾਵਰ ਖੇਤਰ, ਉਸ ਤੋਂ ਮੁੜ ਸਾਡੇ ਕੋਲ ਜਿਹੜਾ ਖੇਤਰ ਆਊਗਾ ਤਰਾਈ ਖੇਤਰ। ਕਿਉਂ? ਕਿਉਂਕਿ ਇਹ ਚਟਾਨਾਂ ਦੇ ਕਰਕੇ ਜਿਹੜੀਆਂ ਛੋਟੀਆਂ ਨਦੀਆਂ ਲੁਪਤ ਹੋਈਆਂ ਹੋਈਆਂ ਸੀਗੀਆਂ, ਉਹ ਆਫਟਰ ਕੁਝ ਸਮੇਂ ਤੋਂ ਬਾਅਦ ਧਰਤੀ ਵਿੱਚੋਂ ਪ੍ਰਗਟ ਹੋ ਗਈਆਂ। ਪ੍ਰਗਟ ਹੋਣ ਕਰਕੇ ਉਹਨਾਂ ਨੇ ਧਰਤੀ ਨੂੰ ਜ਼ਿਆਦਾ ਗਿੱਲਾ ਕਰਤਾ, ਪਾਣੀ ਉੱਥੇ ਜ਼ਿਆਦਾ ਸੀਗਾ। ਸੋ ਇਹ ਤਰਾਈ ਵਾਲਾ ਖੇਤਰ ਬਣ ਗਿਆ। ਹੁਣ ਤਰਾਈ ਵਾਲਾ ਖੇਤਰ ਹੈ, ਇੱਥੇ ਪਹਿਲਾਂ ਕੋਈ ਫਸਲ ਨਹੀਂ ਹੁੰਦੀ ਸੀ, ਪਰ ਸਮੇਂ ਦੇ ਅਨੁਸਾਰ ਕਿਉਂਕਿ ਇੱਥੇ ਫਸਲ ਨਹੀਂ ਹੁੰਦੀ ਸੀ, ਉਹਦੇ ਘਣੇ ਜੰਗਲ, ਸਾਹਮਣੇ ਜੰਗਲ ਹੁੰਦੇ ਸੀ, ਬੜੀਆਂ ਬੜੀਆਂ ਜੜ੍ਹਾਂ ਵਾਲੇ ਜੰਗਲ ਹੁੰਦੇ ਸੀ। ਪਰ ਪਾਪੂਲੇਸ਼ਨ ਦੀ ਗਰੋਥ ਦੇ ਨਾਲ ਇਹਨਾਂ ਨੂੰ ਸਾਫ਼ ਕਰਕੇ ਰਿਹਾਇਸ਼ੀ ਜਗ੍ਹਾ ਦੇ ਵਿੱਚ ਤਬਦੀਲ ਕੀਤਾ ਗਿਆ ਤੇ ਬਾਅਦ ਵਿੱਚ ਖੇਤੀ ਵਾਲੇ ਤੇ ਵੀ ਯੂਜ਼ ਕੀਤਾ ਗਿਆ। ਇੱਥੇ ਕਪਾਹ, ਗੰਨਾ, ਇਸ ਤਰ੍ਹਾਂ ਦੀਆਂ ਫਸਲਾਂ ਇਹਦੇ ਵਿੱਚ ਕੀਤੀਆਂ ਜਾਂਦੀਆਂ ਨੇ। ਸੋ ਇਸ ਨੂੰ ਕਨਵਰਟ ਕਰਕੇ ਤਰਾਈ ਖੇਤਰ ਨੂੰ ਵੀ ਅਸੀਂ ਉਪਜਾਊ ਬਣਾ ਲੈਂਦੇ ਹਾਂ। ਜਾਂ ਕਈ ਵਾਰ ਜਦੋਂ ਬੰਗਲਾਦੇਸ਼ ਤੋਂ ਮਾਈਗ੍ਰੇਸ਼ਨ ਹੋਈ ਸੀ, ਉਹ ਲੋਕਾਂ ਨੂੰ ਵੀ ਬਸਾਉਣ ਵਾਸਤੇ ਅਸੀਂ ਇਹ ਤਰਾਈ ਖੇਤਰ ਦੀ ਵਰਤੋਂ ਕੀਤੀ ਸੀ। ਸੋ ਇਹਦੀ ਰੇਂਜ 10 ਤੋਂ 20 ਕਿਲੋਮੀਟਰ ਦੀ ਅਸੀਂ ਮੰਨਦੇ ਹਾਂ। ਆ ਦੇਖੋ, ਹਿਮਾਲਿਆ ਤੋਂ ਉਤਰੇ ਸੀ, ਪਹਿਲਾਂ ਸਾਡੇ ਕੋਲੇ ਭਾਵਰ ਖੇਤਰ ਆ ਗਿਆ, ਉਸ ਤੋਂ ਬਾਅਦ ਜਿਹੜੀਆਂ ਡਾਟਸ ਨੇ, ਜਿਹੜੀ ਆਪਣੇ ਕੋਲ ਰੇਂਜ ਹੈ ਇੱਕ, ਇਹ ਸਾਡੇ ਕੋਲੇ ਤਰਾਈ ਖੇਤਰ ਦੀ ਰੇਂਜ ਵੀ ਆ ਗਈ। ਹੁਣ ਸਮਝ ਆਇਆ ਵੀ ਨਦੀ ਨੇ ਵੱਡੀਆਂ ਚਟਾਨਾਂ ਉਹਨੇ ਛੱਡਤੀਆਂ, ਉਹ ਸਾਡੇ ਕੋਲੇ ਆ ਗਿਆ ਭਾਵਰ ਖੇਤਰ। ਭਾਵਰ ਖੇਤਰ ਨੂੰ ਕ੍ਰਾਸ ਕਰਕੇ ਦੇਖਿਓ ਛੋਟੀਆਂ ਨਦੀਆਂ ਦੁਬਾਰਾ ਧਰਤੀ ਦੇ ਉੱਤੇ ਦਿਖਣ ਲੱਗੀਆਂ, ਉਹਨੇ ਧਰਤੀ ਨੂੰ ਗਿੱਲਾ ਕੀਤਾ, ਉੱਥੇ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਫਿਰ ਸਾਡੇ ਕੋਲੇ ਬਣ ਗਿਆ ਤਰਾਈ ਖੇਤਰ। ਹੁਣ ਤਰਾਈ ਖੇਤਰ ਤੋਂ ਮਗਰੋਂ ਬੇਟਾ ਸਾਡੇ ਕੋਲੇ ਨਦੀ ਪਲੇਨ ਦੇ ਵਿੱਚ ਆ ਗਈ। ਆ ਨਦੀ ਸਾਡੇ ਕੋਲ ਇੱਕ ਪਲੇਨ ਦੇ ਵਿੱਚ ਆ ਗਈ। ਇਹ ਚੀਜ਼ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਵੀ ਆਹ ਸਾਡੇ ਕੋਲ ਇੱਕ ਨਹਿਰ ਨਦੀ ਚੱਲ ਰਹੀ ਹੈ ਆਰਾਮ ਨਾਲ। ਹੁਣ ਹਰ ਸਾਲ ਨਹਿਰ ਦੇ ਵਿੱਚ ਹੜ੍ਹ ਵੀ ਆਉਂਦੇ ਨੇ। ਹੁਣ ਨਦੀ ਨੇ ਉੱਥੋਂ ਚਟਾਨ ਤੋਂ ਆਈ, ਉਹਦੇ ਨਾਲ ਰੇਤਾ, ਮਿੱਟੀ, ਬਜਰੀ, ਬਹੁਤ ਕੁਛ ਉਹਦੇ ਨਾਲ ਲੈ ਕੇ ਆਉਂਦੀ ਹੈ। ਹੁਣ ਜਦੋਂ ਹੜ੍ਹ ਆਇਆ ਤਾਂ ਇਹ ਦੇਖੋ, ਇਹਦਾ ਪਾਣੀ ਦਾ ਲੈਵਲ ਆ ਵਧ ਗਿਆ, ਪੂਰੋਂ ਤੱਕ ਨਹਿਰ ਦਾ ਪਾਣੀ ਦਾ ਲੈਵਲ ਵਧ ਗਿਆ, ਇਨਕਰੀਜ਼ ਹੋ ਗਿਆ ਨਾ। ਜਦੋਂ ਉੱਥੇ ਦੇ ਸੀ ਹੜ੍ਹ ਆਏ, ਪੂਰੋਂ ਤੱਕ ਵਧ ਗਏ। ਹੜ੍ਹ ਆਏ, ਜੇ ਪਾਣੀ ਦਾ ਲੈਵਲ ਵਧ ਗਿਆ, ਇਹਦਾ ਮਤਲਬ ਉਹਦੀ ਮਿੱਟੀ ਵੀ ਨਵੀਂ ਵਿਛ ਜੂਗੀ। ਇਹ ਸਾਰੀ ਜ਼ੋਨ ਦੇ ਵਿੱਚ ਨਵੀਂ ਮਿੱਟੀ ਵਿਛੀ, ਇਹ ਸਾਰੇ ਏਰੀਆ ਉਹਨੇ ਕੀ ਬਣਾਇਆ, ਨਵੀਂ ਮਿੱਟੀ ਵਿਛਾਈ। ਪਰ ਇਸ ਤੋਂ ਪਹਿਲਾਂ ਕਿਸੇ ਸਮੇਂ ਨਦੀ ਦਾ ਪਾਣੀ ਉਦੋਂ ਤੱਕ ਵੀ ਵਿਰਾਜਿਤ ਹੁੰਦਾ ਸੀ, ਪਰ ਹੁਣ ਨਹੀਂ ਜਾ ਰਿਹਾ। ਭਾਵ ਉਹ ਖੇਤਰ ਜਿੱਥੇ ਹੜ੍ਹ ਦੇ ਦੌਰਾਨ ਨਦੀ ਦਾ ਪਾਣੀ ਵੱਧ ਤੋਂ ਵੱਧ ਜਾ ਸਕਦਾ ਹੈ ਤੇ ਹਰ ਸਾਲ ਉੱਥੇ ਨਵੀਂ ਮਿੱਟੀ, ਨਵਾਂ ਜਲੋੜ ਲਿਆ ਕੇ ਉਹ ਵਿਛਾ ਦਿੰਦੀ ਹੈ, ਉਸ ਖੇਤਰ ਨੂੰ ਅਸੀਂ ਖਾਦਰ ਖੇਤਰ ਬੋਲਦੇ ਹਾਂ। ਖਾਦਰ, ਜਿੱਥੇ ਨਵੀਂ ਹਰ ਸਾਲ ਨਵਾਂ ਜਲੋੜ ਵਿਛਾਇਆ ਜਾਂਦਾ ਹੈ। ਤੇ ਉਹ ਖੇਤਰ ਜਿੱਥੇ ਹੁਣ ਆਹ ਥਾਂ ਦਾ ਪਾਣੀ ਪਹੁੰਚੀ ਨਹੀਂ, ਉਰੇ ਕੋਈ ਪਾਣੀ ਨਹੀਂ ਪਹੁੰਚਿਆ, ਉਰੇ ਕੋਈ ਨਵਾਂ ਪਾਣੀ ਨਹੀਂ ਪਹੁੰਚਿਆ, ਪਹਿਲਾਂ ਬਹੁਤ ਸਮਾਂ ਪਹਿਲਾਂ ਜਾ ਚੁੱਕਿਆ। ਆਹ ਖੇਤਰ ਜਿੱਥੇ ਕੋਈ ਵੀ ਨਵਾਂ ਜਲੋੜ ਨਹੀਂ ਵਿਛਾਇਆ ਜਾਂਦਾ, ਭਾਵ ਪੁਰਾਣਾ ਜਲੋੜ ਹੁੰਦਾ ਹੈ, ਉਸ ਨੂੰ ਅਸੀਂ ਬਾਂਗਰ ਦਾ ਖੇਤਰ ਬੋਲਦੇ ਹਾਂ। ਸੋ ਆਪਣੇ ਕੋਲੇ ਆਹ ਕਿਹੜਾ ਆ ਗਿਆ, ਖਾਦਰ, ਤੇ ਨੀਚੇ ਜਿੱਥੇ ਪੁਰਾਣਾ ਹੈ ਉਹ ਕੀ ਆ ਗਿਆ, ਬਾਂਗਰ। ਇਹਨੂੰ ਪੁਰਾਣਾ ਬੋਲਦੇ ਨੇ, ਪੁਰਾਣਾ ਜਲੋੜ। ਇਸ ਨੂੰ ਅਸੀਂ ਬੋਲਦੇ ਹਾਂ ਨਵਾਂ ਜਲੋੜ। ਭਾਵ ਨੂੰ ਯਾਦ ਰੱਖਣਾ, ਖਾਦਰ ਕੀ ਹੁੰਦਾ, ਜਿੱਥੇ ਨਵਾਂ ਹਰ ਸਾਲ ਹੜ੍ਹ ਦੇ ਪਾਣੀ ਨਾਲ ਨਵਾਂ ਪਾਣੀ ਦਾ, ਜਿੱਥੇ ਨਦੀ ਦਾ ਪਾਣੀ ਐਕਸਟੈਂਡ ਹੋ ਜਾਂਦਾ ਜਿੱਥੋਂ ਤੱਕ, ਉਸ ਖੇਤਰ ਨੂੰ ਅਸੀਂ ਖਾਦਰ ਬੋਲਦੇ ਹਾਂ। ਇੱਥੇ ਹਰ ਸਾਲ ਨਵੀਂ ਮਿੱਟੀ ਵਿਛਾਈ ਜਾਂਦੀ ਹੈ, ਉਪਜਾਊ ਮਿੱਟੀ ਹੁੰਦੀ ਹੈ, ਉੱਥੇ ਮਿਨਰਲਸ ਹੁੰਦੇ ਨੇ, ਖੇਤੀਬਾੜੀ ਬਹੁਤ ਵਧੀਆ ਹੁੰਦੀ ਹੈ। ਜਿਹੜਾ ਬਾਂਗਰ ਖੇਤਰ ਹੈ, ਇਹ ਪੁਰਾਣਾ ਖੇਤਰ ਹੈ, ਪੁਰਾਣਾ ਜਲੋੜ ਹੁੰਦਾ ਹੈ, ਇੱਥੇ ਇੰਨੇ ਜ਼ਿਆਦਾ ਮਿਨਰਲ ਨਹੀਂ ਹੁੰਦੇ, ਇਹਦੇ ਕੰਪੈਰੇਟਿਵਲੀ ਬਹੁਤ ਘੱਟ ਉਪਜਾਊ ਹੁੰਦੇ। ਹੁਣ ਆਈ ਥਿੰਕ ਤੁਹਾਨੂੰ ਇਹ ਚੀਜ਼ ਸਮਝ ਆ ਗਈ ਵੀ ਸੀਕੁਐਂਸ ਸਕੀਮਾਂ ਦੇ। ਦੇਖੋ ਮੈਂ ਤੁਹਾਨੂੰ ਸਮਝਾ ਰਿਹਾ ਵੀ ਸੀਕੁਐਂਸ ਕਿਵੇਂ ਯਾਦ ਰੱਖਣਾ ਹੈ, ਕਨਫਿਊਜ਼ ਨਹੀਂ ਹੋਣਾ। ਧਰਾਤਲੀ ਭਿੰਨਤਾ, ਅਸੀਂ ਉੱਤਰ ਤੋਂ ਦੱਖਣ ਕਨੀ ਨੂੰ ਜਾ ਰਹੇ ਹਾਂ, ਪਹਾੜਾਂ ਤੋਂ ਉੱਤਰ ਕੇ ਅਸੀਂ ਮੈਦਾਨਾਂ ਕਨੀ ਨੂੰ ਜਾ ਰਹੇ ਹਾਂ, ਤਾਂ ਸਾਨੂੰ ਕੀ ਮਿਲੂਗਾ? ਸਭ ਤੋਂ ਪਹਿਲਾਂ ਸਾਨੂੰ ਭਾਵਰ ਮਿਲਣਗੇ 8 ਤੋਂ 16 ਕਿਲੋਮੀਟਰ ਦੇ ਵਿੱਚ, ਜਿੱਥੇ ਵੱਡੀਆਂ ਵੱਡੀਆਂ ਚਟਾਨਾਂ ਨੇ, ਪਥਰੀਲਾ ਥਾਂ ਹੈ। ਉਸ ਤੋਂ ਮਗਰੋਂ ਇੱਕ ਅਜਿਹਾ ਥਾਂ ਮਿਲੂਗਾ ਜਿੱਥੇ ਆ ਕੇ ਜਿਹੜੀ ਲੁਪਤ ਹੋਈਆਂ ਗਈਆਂ ਨਦੀਆਂ ਸੀਗੀਆਂ, ਉਹ ਦੁਬਾਰਾ ਜ਼ਮੀਨ ਦੇ ਉੱਤੇ ਪ੍ਰਗਟ ਹੋ ਜਾਂਦੀਆਂ ਨੇ, ਜ਼ਮੀਨ ਨੂੰ ਸੌਫਟ ਕਰ ਦਿੰਦੀਆਂ ਨੇ, ਤਰਾਈ ਕਰ ਦਿੰਦੀਆਂ ਨੇ, ਇਸ ਨੂੰ ਤਰਾਈ ਖੇਤਰ ਬੋਲਿਆ ਜਾਂਦਾ। ਸੋ ਇਹ ਦੂਜੇ ਨੰਬਰ ਤੇ ਮਿਲੂਗਾ। ਫਿਰ ਸਾਨੂੰ ਕੀ ਮਿਲੂਗਾ? ਦੇਖੋ ਹੁਣ ਤੁਸੀਂ ਮੈਨੂੰ ਦੱਸੋ ਵੀ ਇਸ ਤੋਂ ਮਗਰੋਂ ਸਾਨੂੰ ਕੀ ਮਿਲੂਗਾ? ਆ ਤਾਂ ਨਹਿਰ ਆ ਗਈ ਨਾਰਮਲ, ਇੱਕ ਨਵਾਂ ਪਹਿਲਾਂ ਤਾਂ ਆਹੀ ਮਿਲੂਗਾ, ਦਾ ਮਤਲਬ ਬਾਂਗਰ। ਇਹਦਾ ਮਤਲਬ ਉੱਪਰ ਉੱਤਰ ਸਾਨੂੰ ਕੀ ਮਿਲੂਗਾ? ਬਾਂਗਰ। ਤਾਂ ਸਾਡੇ ਕੋਲ ਸਭ ਤੋਂ ਪਹਿਲਾਂ ਕੀ ਆਊਗਾ? ਤੀਜੇ ਨੰਬਰ ਤੇ ਸਾਡੇ ਕੋਲ ਬਾਂਗਰ ਮਿਲੂਗਾ। ਆਹ ਸਾਡੇ ਕੋਲ ਬਾਂਗਰ ਬਲੈਕ ਕਲਰ ਦੇ ਵਿੱਚ ਦੇਖੋ, ਬਾਂਗਰ ਦੀ ਜ਼ੋਨ ਦਿਖਾਈ ਗਈ ਹੈ ਉੱਪਰ ਬਲੈਕ ਕਲਰ, ਹਨਾ। ਇਹ ਬਾਂਗਰ ਖੇਤਰ ਹੈ ਜਿੱਥੇ ਨਦੀ ਦਾ ਪਾਣੀ ਦੁਆਰਾ ਹੜ੍ਹ ਵਾਲਾ ਪਾਣੀ ਨਹੀਂ ਪਹੁੰਚਦਾ, ਪੁਰਾਣਾ ਪਾਣੀ ਪਹੁੰਚ ਚੁੱਕਿਆ, ਨਵਾਂ ਨਹੀਂ ਉੱਥੇ ਖੇਤਰ, ਨਵੀਂ ਮਿੱਟੀ ਨਹੀਂ ਵਿਛਾਈ ਜਾ ਰਹੀ। ਫਿਰ ਸਾਡੇ ਕੋਲ ਕੀ ਆ ਗਿਆ ਸੀ? ਖਾਦਰ। ਆਹ ਸਾਡੇ ਕੋਲ 4 ਨੰਬਰ ਦੇ ਕੀ ਬਣੂਗਾ? ਖਾਦਰ। ਹੁਣ ਨਹਿਰ ਨੂੰ ਟੱਪ ਕੇ ਅਸੀਂ ਇੱਧਰਲੇ ਪਾਸੇ ਅੱਗੇ ਲੰਘੇ।
ਜਿਹੜਾ ਹੁਣ ਇਹ ਖਾਡਰ ਹੈ ਇਹਨੂੰ ਪੰਜਾਬ ਦੇ ਵਿੱਚ ਅਸੀਂ ਬੇਟ ਦੇ ਏਰੀਆ ਵੀ ਬੋਲਦੇ ਹਾਂ, ਵੀ ਬੇਟ ਦਾ ਖੇਤਰ ਕਿਹੜਾ ਪੰਜਾਬ ਦਾ, ਉਹਨੂੰ ਖਾਡਰ ਦਾ ਖੇਤਰ ਵੀ ਬੋਲਦੇ ਹਾਂ। ਸੋ ਇਸ ਤਰ੍ਹਾਂ ਜਿਉਂ-ਜਿਉਂ ਅਸੀਂ ਹਿਮਾਲਿਆ ਪਰਬਤ ਤੋਂ ਨੀਚੇ ਉਤਰਦੇ ਹਾਂ, ਮੈਦਾਨਾਂ ਕਨੀ ਨੂੰ ਜਾਂਦੇ ਹਾਂ, ਤਾਂ ਸਾਡੇ ਜਿਹੜੇ ਮੈਦਾਨ ਨੇ ਉਹਨਾਂ ਦੀਆਂ ਭਿੰਨਤਾਵਾਂ ਇਸ ਤਰ੍ਹਾਂ ਪਾਈਆਂ ਜਾਂਦੀਆਂ ਨੇ ਵੀ ਭਾਂਬਰ ਕਿੱਥੇ ਮਿਲਦਾ ਹੈ, ਤਰਾਈ ਕਿਵੇਂ ਮਿਲਦਾ ਹੈ, ਫਿਰ ਜਲੋੜ ਦੇ ਵਿੱਚ ਬਾਂਗਰ ਅਤੇ ਖੱਡ ਦੇ ਮੈਦਾਨ ਮਿਲਦੇ ਨੇ। ਇਸ ਤਰ੍ਹਾਂ ਇਹ ਜਿਹੜੇ ਉੱਤਰ ਦੇ ਮੈਦਾਨ ਨੇ ਇਹ ਆਪਣੇ ਨਾ ਪੱਛਮ ਆਪਣੇ। ਸੋ ਬੇਟਾ ਹੁਣ ਤੱਕ ਆਪਾਂ ਨੇ ਮੈਦਾਨਾਂ ਦੀ ਧਰਾਤਰੀ ਵੰਡ ਦੇ ਵਿੱਚ ਦੇਖਿਆ ਸੀ ਵੀ ਉੱਪਰੋਂ ਜਦੋਂ ਦਰਿਆ ਹੈ ਨਾ ਪਹਾੜ ਤੋਂ ਉਤਰਦਾ ਪਹਿਲਾਂ ਭਾਂਬਰ ਨਾਂ ਦੀ ਸਥਾਨ ਬਣਾਉਂਦਾ ਹੈ ਨਾ, ਉਸ ਤੋਂ ਬਾਅਦ ਤਰਾਈ ਖੇਤਰ ਬਣਾਉਂਦਾ ਹੈ। ਫਿਰ ਆਪਾਂ ਜਦੋਂ ਦੇਖਿਆ ਸੀ ਵੀ ਉਹੀ ਦਰਿਆ ਜਦੋਂ ਮੈਦਾਨੀ ਪੱਧਰ ਦੇ ਵਿੱਚ ਚਲਾ ਜਾਂਦਾ ਹੈ ਤਾਂ ਜਿਹੜਾ ਉਹਦਾ ਪੁਰਾਣਾ ਹੈ ਨਾ ਮਿੱਟੀ ਦਾ ਖੇਤਰ ਹੁੰਦਾ ਹੈ ਉਸ ਨੂੰ ਅਸੀਂ ਬਾਂਗਰ ਬੋਲਦੇ ਹਾਂ। ਠੀਕ ਹੈ, ਪੁਰਾਣੀ ਜਲੋੜ ਦੇ ਮਿੱਥਣ ਤੇ ਜਿੱਥੇ ਨਵਾਂ ਹਰ ਸਾਲ ਹੜ੍ਹ ਦੇ ਨਾਲ ਨਵਾਂ ਜਲੋੜ ਵਿਛਾਇਆ ਜਾਂਦਾ ਹੈ ਉਸ ਨੂੰ ਅਸੀਂ ਖਾਡਰ ਦਾ ਮੈਦਾਨ ਬੋਲਦੇ ਹਾਂ। ਇਹ 4 ਸਥਿਤੀਆਂ ਅਸੀਂ ਦੇਖੀਆਂ ਸੀ ਦਰਿਆ ਦੇ ਵਿੱਚ, ਦਰਿਆ ਜਦੋਂ ਮੈਦਾਨਾਂ ਦੇ ਵਿੱਚ ਆਉਂਦਾ। ਠੀਕ ਹੈ, ਤਾਂ ਇਸ ਤੋਂ ਮਗਰੋਂ ਜਿਹੜਾ ਇੱਕ ਅਗਲਾ ਪੁਆਇੰਟ ਬਣ ਜਾਂਦਾ ਹੈ ਨਾ, ਰੇ ਜਾਂ ਕਲਰੀ ਮਿੱਟੀ ਦਾ ਮੈਦਾਨ। ਇਹ ਬੰਜਰ ਮੈਦਾਨ ਹੁੰਦੇ ਨੇ ਜਿੱਥੇ ਉਹ ਉਪਜਾਊ ਨਹੀਂ ਹੁੰਦੇ, ਇੱਥੇ ਕੋਈ ਫਸਲਾਂ ਨਹੀਂ ਹੁੰਦੀਆਂ, ਜਿਨ੍ਹਾਂ ਦੀ ਮਿੱਟੀ ਖਾਰੀ ਹੁੰਦੀ ਹੈ, ਸ਼ੋਰਾ ਇਹਦਾ ਜ਼ਿਆਦਾ ਹੁੰਦਾ ਹੈ। ਇਸ ਤਰ੍ਹਾਂ ਦੇ ਮੈਦਾਨ ਉੱਤਰ ਪ੍ਰਦੇਸ਼ ਅਤੇ ਹਰਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਪਾਏ ਜਾਂਦੇ ਨੇ। ਸੋ ਨੈਕਸਟ ਪੁਆਇੰਟ ਹੈ ਸਾਡੇ ਕੋਲੇ ਪੂਰ ਹੈ ਨਾ, ਗੰਗਾ ਯਮੁਨਾ ਦੁਆਬਾ। ਦੁਆਬਾ ਹੁੰਦਾ 2 ਦਰਿਆਵਾਂ ਦੇ ਵਿਚਕਾਰਲਾ ਹਿੱਸਾ, 2 ਦਰਿਆਵਾਂ ਦੇ ਵਿਚਾਰਲੀ ਜ਼ਮੀਨ ਨੂੰ ਅਸੀਂ ਦੁਆਬਾ ਬੋਲਦੇ ਹਾਂ। ਸੋ ਉਰੇ 2 ਦਰਿਆ ਗੰਗਾ ਅਤੇ ਯਮੁਨਾ, ਇਹਨਾਂ ਦੇ ਵਿਚਕਾਰਲਾ ਜਿਹੜਾ ਹਿੱਸਾ ਹੁੰਦਾ ਗੰਗਾ ਨਦੀ ਦੇ ਨਾਲ ਲੱਗਦੇ ਉੱਚੇ ਮੈਦਾਨਾਂ ਨੂੰ ਪੂਰ ਕਿਹਾ ਜਾਂਦਾ ਹੈ। ਗੰਗਾ ਨਦੀ ਦੇ ਨਾਲ ਕੁਝ ਥਾਵਾਂ 'ਤੇ ਉਚਾਈ ਹੈ ਜਿੱਥੋਂ ਨਾ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਯਮੁਨਾ ਦਾ ਵਹਾਅ ਹੈ ਉਹ ਪੂਰਬ ਕੰਨੀ ਨੂੰ ਹੋ ਗਿਆ ਸੀ। ਉਹ ਕੁਝ ਹਾਈਟਸ ਨੇ, ਉੱਥੇ ਇਹ ਮਿੱਟੀ ਹੁੰਦੀ ਹੈ ਜਿਹੜੀ ਹਵਾਵਾਂ ਦੇ ਨਾਲ ਨਿਰਮਾਣ ਇਹਨਾਂ ਦਾ ਕੀ ਹਵਾਵਾਂ ਦੇ ਨਾਲ ਜਿਹੜੀ ਮਿੱਟੀ ਉੱਡ ਕੇ ਆਉਂਦੀ ਹੈ ਉਹ ਹਾਈਟ ਦੇ ਉੱਤੇ ਜਾ ਕੇ ਉੱਥੇ ਜਮ੍ਹਾਂ ਹੋ ਜਾਂਦੀ ਹੈ। ਸੋ ਉਸ ਥਾਂ ਦੇ ਉੱਤੇ ਉਸ ਖੇਤਰ ਨੂੰ ਅਸੀਂ ਭੂਰ ਦਾ ਖੇਤਰ ਵੀ ਆਖਿਆ ਜਾਂਦੇ ਹਾਂ। ਇਹਨਾਂ ਮੈਦਾਨਾਂ ਦੀ ਮਿੱਟੀ ਦਾ ਨਿਰਮਾਣ ਪੌਣਾ ਦੁਆਰਾ ਉਡਾ ਕੇ ਜਮ੍ਹਾਂ ਕੀਤੀ ਗਈ ਮਿੱਟੀ ਨਾਲ ਹੁੰਦਾ ਹੈ। ਸੋ ਇਸ ਚੈਪਟਰ ਦੇ ਵਿੱਚ ਆਪਾਂ ਨੇ ਹੁਣ ਆਪਾਂ ਜੇ ਦੇਖੀਏ ਤਾਂ ਆਪਾਂ ਨੇ ਦੇਖਿਆ ਵੀ ਮੈਦਾਨਾਂ ਦਾ ਨਿਰਮਾਣ ਕਿਵੇਂ ਹੋਇਆ। ਜੇ ਆਪਾਂ ਹਲਕੀ ਜਿਹੀ ਬੈਕ ਫਲੈਸ਼ ਦੇਖੀਏ ਤਾਂ ਦੇਖੋ ਸਾਡੇ ਕੋਲ ਸੀਗਾ ਇਹ ਸਾਡਾ ਪਠਾਨ, ਦੱਖਣ ਦਾ ਪਠਾਨ ਹੈ ਨਾ, ਜਿਹਨੂੰ ਆਪਾਂ ਗੋਲਵਾਨਾ ਲੈਂਡ ਬੋਲਦੇ ਸੀ। ਇਧਰਲੇ ਪਾਸੇ ਸਾਡੇ ਕੋਲ ਹਿਮਾਲਿਆਜ਼ ਦਾ ਸ਼ਿਵਾਲਿਕ ਰੇਂਜ, ਫਿਰ ਮੱਧ ਹਿਮਾਲਿਆ, ਫਿਰ ਗ੍ਰੇਟਰ ਹਿਮਾਲਿਆ, ਫਿਰ ਉਹੀ ਤਿੱਬਤ ਦਾ ਪਠਾਰ ਪਲੇਟੂ ਆ ਗਿਆ ਹੈ ਨਾ। ਸੋ ਇਹਦੇ ਸੈਂਟਰ ਵਾਲਾ ਪੁਆਇੰਟ ਜਿਹੜਾ ਇੱਥੋਂ ਟੈਥਿਸ ਸਾਗਰ ਦਾ ਪਾਣੀ, ਜਿੱਥੋਂ ਟੈਥਿਸ ਸਾਗਰ ਦੇ ਵਿੱਚੋਂ ਗਾਰ ਨਿਕਲ ਕੇ ਹਿਮਾਲਿਆ ਕੰਨੀ ਨੂੰ ਮੂਵ ਹੋਇਆ ਸੀ, ਹਿਮਾਲਿਆ ਬਣਿਆ ਸੀ। ਇਹ ਖਾਲੀ ਜਿਹੜੀ ਪਲੇਟ ਸੀ ਇੱਥੇ ਹੈ ਨਾ, ਇਹ ਆਪਣੇ ਇਸ ਪਠਾਰ ਦੀਆਂ ਨਦੀਆਂ ਤੇ ਹਿਮਾਲਿਆ ਤੋਂ ਆਉਣ ਵਾਲੀਆਂ ਨਦੀਆਂ ਦੁਆਰਾ ਦਿੱਤੀ ਗਈ ਗਾਰ ਦੁਆਰਾ ਇੱਥੇ ਜਮ੍ਹਾਂ ਹੋ ਗਿਆ ਤਲਛਟ ਦੇ ਵਿੱਚ। ਤਾਂ ਇਹ ਮੌਜੂਦਾ ਜਿਹੜਾ ਸਾਡਾ ਉੱਤਰ ਦੇ ਮੈਦਾਨ ਨੇ, ਇਹ ਸਾਰੇ ਮੈਦਾਨ ਇਸ ਨਦੀਆਂ ਦੁਆਰਾ ਲਿਆ ਕੇ ਭਰੇ ਹੋਏ ਜਿਹੜਾ ਟੈਥਿਸ ਸਾਗਰ ਦਾ ਸਥਾਨ ਸੀ ਉਹ ਉੱਥੇ ਜਲੌੜ ਦੁਆਰਾ ਬਣਿਆ ਹੈ। ਇਸੇ ਕਰਕੇ ਇਸ ਨੂੰ ਅਸੀਂ ਸਿੰਧ ਗੰਗਾ ਦੇ ਮੈਦਾਨ ਵੀ ਕਿਹਾ ਜਾਂਦਾ, ਭਾਵੇਂ ਸਿੰਧ ਨਦੀ ਤੋਂ ਲੈ ਕੇ ਗੰਗਾ ਦੇ ਮੈਦਾਨ ਵੀ ਮਹਾਨ ਮੈਦਾਨ ਵੀ ਕਿਹਾ ਜਾਂਦਾ ਹੈ, ਉੱਤਰ ਭਾਰਤ ਦੇ ਮਹਾਨ ਮੈਦਾਨ ਵੀ ਕਿਹਾ ਜਾਂਦਾ ਹੈ, ਸਿੰਧ ਗੰਗਾ ਅਤੇ ਬ੍ਰਹਮਪੁੱਤਰ ਦੇ ਮੈਦਾਨ ਵੀ ਕਿਹਾ ਜਾਂਦਾ ਹੈ। ਸੋ ਇਸ ਤੋਂ ਮਗਰੋਂ ਅਸੀਂ ਦੇਖਿਆ ਸੀ ਵੀ ਜਦੋਂ ਇੱਕ ਨਦੀ ਪਹਾੜ ਤੋਂ ਨੀਚੇ ਉਤਰਦੀ ਹੈ ਤਾਂ ਕਿਸ ਤਰ੍ਹਾਂ ਜ਼ਮੀਨ ਦੇ ਵਿੱਚ ਕਿਹੜੇ ਮੈਦਾਨ ਦੇ ਵਿੱਚ ਕਿਹੜੇ ਭਾਗ ਬਣਾਉਂਦੀ ਹੈ। ਸਭ ਤੋਂ ਪਹਿਲਾਂ ਉਹ ਬਾਂਗਰ ਬਣਾਉਂਦੀ ਸੀ ਜਿੱਥੇ ਚੱਟਾਨਾਂ ਰਹਿ ਜਾਂਦੀਆਂ ਸੀ ਜਿਹੜੀਆਂ ਉਹ ਨਾਲ ਵਹਾ ਕੇ ਲਿਆਈ ਹੁੰਦੀ ਆਪਣੀ ਸਪੀਡ ਨਾਲ, ਤੇ ਉਹ ਅਣਉਪਜਾਊ, ਉੱਥੇ ਕੋਈ ਉਪਜਾਊ ਨਹੀਂ ਹੁੰਦੀ ਉਹ ਭੂਮੀ। ਉਸ ਤੋਂ ਮਗਰੋਂ ਤਰਾਈ ਖੇਤਰ ਹੈ ਜਿੱਥੇ ਆ ਕੇ ਉਹ ਜਿਹੜੀਆਂ ਲੁਪਤ ਹੋਈਆਂ ਜਿਹੜੀਆਂ ਜ਼ਮੀਨ ਦੇ ਨੀਚੇ ਛੋਟੀਆਂ ਨਦੀਆਂ ਸੀਗੀਆਂ ਉਹ ਦੁਬਾਰਾ ਆ ਜਾਂਦੀਆਂ ਨੇ ਤੇ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਦਲਦਲੀ ਬਣ ਜਾਂਦੀ ਹੈ। ਇਸ ਨੂੰ ਮਨੁੱਖ ਨੇ ਆਪਦੀ ਲੋੜ ਦੇ ਅਨੁਸਾਰ ਵਰਤਣਾ ਸ਼ੁਰੂ ਕਰ ਦਿੱਤਾ। ਖੇਤੀਬਾੜੀ ਵਾਸਤੇ ਵੀ ਵਰਤਿਆ ਗਿਆ, ਰਿਹਾਇਸ਼ ਵਾਸਤੇ ਵੀ ਵਰਤਿਆ ਜਾ ਰਿਹਾ ਹੈ। ਫਿਰ ਦਰਿਆ ਜਦੋਂ ਅੱਗੇ ਮੈਦਾਨਾਂ ਦੇ ਵਿੱਚ ਪਹੁੰਚਦਾ ਹੈ ਤਾਂ ਉੱਥੇ ਪੁਰਾਣਾ ਜਲੌੜ ਆਉਂਦਾ ਹੈ ਜਿਸ ਨੂੰ ਅਸੀਂ ਬਾਂਗਰ ਬੋਲਦੇ ਹਾਂ, ਨਵੇਂ ਜਲੌੜ ਨੂੰ ਅਸੀਂ ਖਾਡਰ ਬੋਲਦੇ ਹਾਂ। ਇਸ ਤਰ੍ਹਾਂ ਇਹ ਮੈਦਾਨਾਂ ਦੀ ਜਿਹੜੀ ਹੈ ਉਤਪੱਤੀ ਹੈ, ਮੈਦਾਨਾਂ ਦੀ ਸਥਿਤੀ ਹੈ ਜਿਹੜੀ ਉਹ ਵੰਡ ਕੀਤੀ ਜਾਂਦੀ ਹੈ। ਸੋ ਇਸ ਤੋਂ ਅਗਲੇ ਪਾਰਟ ਦੇ ਵਿੱਚ ਅਸੀਂ ਪ੍ਰਾਦੇਸ਼ਿਕ ਵੰਡ ਦੇਖਾਂਗੇ ਉੱਤਰੀ ਮੈਦਾਨਾਂ ਦੀ, ਜਿਹਦੇ ਵਿੱਚ ਅਸੀਂ ਪੰਜਾਬ ਹਰਿਆਣਾ ਦੇ ਮੈਦਾਨ ਪੜ੍ਹਾਂਗੇ, ਮੱਧ ਦੇ ਵਿੱਚ ਗੰਗਾ ਦੇ ਮੈਦਾਨ ਪੜ੍ਹਾਂਗੇ ਤੇ ਪੂਰਬ ਦੇ ਵਿੱਚ ਬ੍ਰਹਮਪੁੱਤਰ ਦਰਿਆ ਦੇ ਮੈਦਾਨ ਪੜ੍ਹਾਂਗੇ। ਸੋ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਵੰਡ ਸਮਝ ਆ ਗਈ ਹੋਊਗੀ, ਖਾਡਰ ਕੀ ਹੁੰਦਾ, ਬਾਂਗਰ ਕੀ ਹੁੰਦਾ, ਤਰਾਈ ਪ੍ਰਦੇਸ਼ ਕੀ ਸੀਗਾ, ਭਾਂਬਰ ਕੀ ਸੀਗਾ। ਸੋ ਇਹਨਾਂ ਕਨਸੈਪਟਸ ਦੇ ਨਾਲ ਆਪਾਂ ਅਗਲਾ ਜਿਹੜਾ ਪਾਰਟ ਹੈ ਉਹਦੇ ਵਿੱਚ ਹੁਣ ਆਪਾਂ ਪ੍ਰਦੇਸ਼ਿਕ ਵੰਡ ਬਾਰੇ ਪੜ੍ਹਾਂਗੇ। ਥੈਂਕ ਯੂ ਵੈਰੀ ਮੱਚ, ਟੇਕ ਕੇਅਰ।